ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਹਿਜ ਪਾਏ ਮਿਲਿਆ ਸੁਖ ਹੋਵੈ, ਗੁਰਮੁਖ ਜਾਗੈ ਨੀਂਦ ਨਾ ਸੋਵੈ। ਸਹਿਜ ਪਾਏ ਮਿਲਿਆ ਸੁਖ ਹੋਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਿਮੰਡਾਂ ਦੇ ਮਾਲਕ, ਜੁਗੋ ਜੁਗ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਹਿਜ ਪਾਏ ਮਿਲਿਆ ਸੁਖ ਹੋਵੈ। ਰਾਮ ਕਲੀ ਮਹੱਲਾ ਪਹਿਲਾ। ਸਿੱਧ ਗੋਸ਼ਟ ਗੁਰਬਾਣੀ ਦੀ ਕਥਾ ਵਿਚਾਰ ਪ੍ਰਾਰੰਭ ਹੈ, ਜਿਸ ਦੀਆਂ ਪਿੱਛੇ ਆਪ ਜੋ 53 ਪੌੜੀਆਂ ਦੀ ਕਥਾ ਵਿਚਾਰ ਸਰਵਣ ਕਰ ਚੁੱਕੇ ਹੋ। ਅੱਜ 54ਵੀਂ ਪੌੜੀ ਪ੍ਰਾਰੰਭ ਹੋ ਰਹੀ ਹੈ। ਸਤਿਗੁਰੂ ਮਹਾਰਾਜ ਗੁਰਮੁਖ ਪਿਆਰਿਆਂ ਬਾਬਤ ਫਰਮਾਨ ਕਰਦੇ ਹਨ ਕਿ ਜਿਸ ਵਕਤ ਸਹਿਜ ਭਾਏ ਮਿਲੀਏ, ਜਦ ਸ਼ਾਂਤੀ ਸੁਭਾਅ ਦੇ ਵਿੱਚ ਮਿਲੀਏ ਜਾਂ ਸਹਿਜ ਭਾਏ ਮਿਲੀਏ, ਸਹਿਜ ਸਰੂਪ ਦੇ ਪ੍ਰਕਾਸ਼ ਵਿੱਚ ਮਿਲੀਏ। ਭਾਏ ਨਾਮ ਪ੍ਰਕਾਸ਼ ਦਾ ਹੈ, ਜਾਂ ਭਾਏ ਨਾਮ ਪ੍ਰੇਮ ਦਾ ਹੈ। ਜਦ ਪ੍ਰੇਮ ਦੁਆਰਾ ਸਹਿਜ ਸੁਤੇ ਸਿਧ ਹੀ ਸੋ ਹਰੀ ਦੇ ਨਾਲ ਮਿਲੀਦਾ ਹੈ, ਜਾਂ ਸਹਿਜ ਭਾਏ ਮਿਲੀਐ ਪ੍ਰੇਮ ਪੂਰਵਕ ਗਿਆਨ ਦੁਆਰਾ ਹਰੀ ਨਾਲ ਮਿਲੀਦਾ ਹੈ। ਸੁਖ ਹੋਵੇ ਤਦ ਆਤਮਕ ਆਨੰਦ ਪ੍ਰਾਪਤ ਹੁੰਦਾ, ਜਾਂ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸਹਿਜ ਪਾਏ ਮਿਲਿਆ ਸੁਖ ਹੋਵੈ। ਆਤਮਕ ਆਨੰਦ ਉਦੋਂ ਪ੍ਰਾਪਤ ਹੁੰਦਾ ਹੈ ਜਦ ਪ੍ਰੇਮ ਪੂਰਵਕ ਗਿਆਨ ਦੁਆਰਾ ਹਰੀ ਦੇ ਨਾਲ ਮਿਲੀਦਾ ਹੈ। ਗੁਰਮੁਖ ਜਾਗੈ ਨੀਂਦ ਨ ਸੋਵੈ। ਗੁਰਮੁਖ ਜਨ ਹਰ ਵਕਤ ਗਿਆਨ ਅਵਸਥਾ ਵਿੱਚ ਜਾਗਦੇ ਰਹਿੰਦੇ ਨੇ। ਉਹ ਕਦੇ ਵੀ ਮੋਹ ਦੀ ਨੀਂਦ ਵਿੱਚ ਜਾਂ ਪ੍ਰਮਾਦਤਾਈ ਦੀ ਨੀਂਦ ਵਿੱਚ ਜਾਂ ਅਵਿਦਿਆ ਰੂਪ ਨੀਂਦ ਵਿੱਚ ਸੌਂਦੇ ਨਹੀਂ ਹਨ। ਫਰੀਦ ਸਾਹਿਬ ਦਾ ਬਚਨ ਹੈ, ਪਹਿਲੇ ਪਹਿਰੇ ਫੁੱਲੜਾ ਫਲ ਭੀ ਪਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ। ਇਹ ਜਗਿਆਸੂ ਨੂੰ ਉਪਦੇਸ਼ ਹੈ। ਜਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਾ ਫਰੀਦ ਸਾਹਿਬ ਦੇ ਕੋਲ ਗਏ ਤੇ ਸਾਰੇ ਸੰਤ ਜਾ ਕੇ ਭਜਨ ਕਰਿਆ ਕਰਦੇ ਸਨ। ਗੁਰੂ ਸਾਹਿਬ ਜੀ ਲੇਟ ਗਏ
ਇਹਨਾਂ ਸਮਝਿਆ ਕਿ ਮਹਾਰਾਜ ਸੁੱਤੇ ਪਏ ਨੇ। ਜਦ ਫਰੀਦ ਸਾਹਿਬ ਨੇ ਸ਼ਲੋਕ ਉਚਾਰਿਆ ਕਿ ਜੋ ਜਾ ਗਨ ਲਹਨ ਸੇ ਸਾਈਂ ਕੰਨੋਂ ਦਾਤ, ਤਾਂ ਗੁਰੂ ਸਾਹਿਬ ਉਸੇ ਵਕਤ ਉੱਠ ਕੇ ਬੈਠ ਗਏ। ਇੱਕ ਸ਼ਾਹੂਕਾਰ ਦੁੱਧ ਦੀ ਬਾਲਟੀ ਭਰ ਕੇ ਸਾਧੂ ਸੰਤਾਂ ਨੂੰ ਦੁੱਧ ਛਕਾਉਣ ਆਉਂਦਾ ਹੁੰਦਾ ਸੀਗਾ। ਸਾਰੇ ਸੰਤਾਂ ਨੇ ਆਪੋ ਆਪਣੇ ਬਰਤਨ ਆਪ ਦੇ ਸਾਹਮਣੇ ਰੱਖੇ ਹੁੰਦੇ ਸਨ। ਉਹ ਸ਼ਾਹੂਕਾਰ ਨੇ ਕੀ ਕਰਨਾ, ਨਾਲੇ ਤਾਂ ਉਹਨਾਂ ਦੇ ਬਰਤਨਾਂ ਦੇ ਵਿੱਚ ਪਾਈਆ ਪਾਈਆ ਦੁੱਧ ਪਾ ਦੇਣਾ, ਤੇ ਨਾਲੇ ਇੱਕ ਇੱਕ ਸੋਨੇ ਦੀ ਮੋਹਰ ਰੱਖ ਦੇਣੀ। ਉਹਨੇ ਵੇਖਿਆ ਕਿ ਤਿੰਨ ਜਿਹੜੇ ਸੰਤ ਹਨ ਇਹ ਕੋਈ ਪਰਦੇਸੀ ਬਾਹਰੋਂ ਆਏ ਨੇ, ਥੱਕੇ ਜਾਪਦੇ ਨੇ ਤੇ ਸੌਂ ਗਏ ਹਨ। ਜੇ ਮੈਂ ਇਹਨਾਂ ਨੂੰ ਉਠਾਇਆ ਤਾਂ ਚੰਗਾ ਨਹੀਂ ਹੋਵੇਗਾ, ਇਸ ਲਈ ਇਹਨਾਂ ਕੋਲ ਭਾਂਡਾ ਵੀ ਨਹੀਂ ਹੈ ਤੇ ਮੇਰਾ ਫਰਜ਼ ਬਣਦਾ ਕਿ ਮੈਂ ਇਹਨਾਂ ਨੂੰ ਦੁੱਧ ਛਕਾਵਾਂ। ਇਸ ਲਈ ਉਹਨੇ ਸੋਚਿਆ ਵੀ ਕੋਈ ਨਹੀਂ, ਮੈਂ ਤਾਂ ਡੇਲੀ ਇੱਥੇ ਆਉਂਦਾ ਹਾਂ, ਮੇਰਾ ਭਾਂਡਾ ਕਿੱਥੇ ਚੱਲ ਚੱਲਿਆ। ਬਾਕੀਆਂ ਨੂੰ ਤਾਂ ਪਾਈਆ ਪਾਈਆ ਅੱਧਾ ਕਿਲੋ ਪਾਇਆ, ਤੇ ਬਾਕੀ ਜਿੰਨਾ ਬਾਲਟੀ ਵਿੱਚ ਬਚ ਗਿਆ ਉਹ ਸਾਰੀ ਦੀ ਸਾਰੀ ਬਾਲਟੀ ਗੁਰੂ ਸਾਹਿਬ ਦੇ ਪਾਸ ਉਹਨੇ ਰੱਖ ਦਿੱਤੀ, ਤੇ 5 ਸੋਨੇ ਦੀਆਂ ਮੋਹਰਾਂ ਰੱਖ ਦਿੱਤੀਆਂ। ਮੱਥਾ ਟੇਕ ਕੇ ਚਲਾ ਗਿਆ। ਜਦ ਫਰੀਦ ਸਾਹਿਬ ਨੇ ਤਰਕ ਮਾਰੀ ਕਿ ਪਹਿਲੇ ਪੈਰ ਫੁੱਲੜਾ ਫਲ ਭੀ ਪਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾਤ। ਗੁਰੂ ਸਾਹਿਬ ਜੀ ਕਿਹੜਾ ਸੁੱਤੇ ਪਏ ਸਨ, ਸਿਰਫ ਲੇਟੇ ਹੀ ਹੋਏ ਸਨ। ਉਸੇ ਵਕਤ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਉੱਠ ਕੇ ਬੈਠ ਗਏ। ਫਰੀਦ ਸਾਹਿਬ ਵੱਲ ਵੇਖ ਕੇ ਕਹਿਣ ਲੱਗੇ, ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਾਗਨ ਦੇ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਲ। ਇਹ ਫਰੀਦ ਜੀ, ਸਾਹਿਬ ਦੀਆਂ ਦਾਤਾਂ ਨਾਲ ਕਿਸੇ ਦਾ ਕੀ ਜ਼ੋਰ ਚੱਲ ਸਕਦਾ, ਇੱਕ ਤਾਂ ਜਾਗਦੇ ਨਹੀਂ ਲੈ ਸਕਦੇ। ਵੇਖੋ ਤੁਹਾਨੂੰ ਪਾਈਆ ਪਾਈਆ ਦੁੱਧ ਇੱਕ ਇੱਕ ਸੋਨੇ ਦੀ ਮੋਹਰ ਮਿਲੇ, ਤੇ ਮੈਨੂੰ ਵਾਹਿਗੁਰੂ ਜੀ ਨੇ ਪੂਰੀ ਦੀ ਪੂਰੀ ਬਾਲਟੀ ਕਾਫੀ ਦੁੱਧ ਦੇ ਦਿੱਤਾ, ਨਾਲ 5 ਸੋਨੇ ਦੀਆਂ ਮੋਹਰਾਂ ਆ ਗਈਆਂ। ਇੱਕ ਨਾ ਸੁੱਤਿਆਂ ਦੀ ਉਠਾਲ, ਸੁੱਤਿਆਂ ਨੂੰ ਉਠਾਲ ਕੇ ਵਾਹਿਗੁਰੂ ਜੀ ਨੇ ਬਿਠਾਲ ਦਿੱਤਾ। ਇੰਜ ਸੋ ਵਾਹਿਗੁਰੂ ਅਕਾਲ ਪੁਰਖ ਦੀ ਦਾਤ ਹੈ। ਜਿਹੜੇ ਗੁਰਮੁਖ ਨੇ ਉਹ ਮਾਨਸਿਕ ਤੌਰ 'ਤੇ ਹਮੇਸ਼ਾ ਹੀ ਗੁਰਮੁਖ ਜਾਗ ਰਹੇ, ਜਾਗਦੇ ਰਹਿੰਦੇ ਨੇ। ਚੁੱਕੀ ਅਭਿਮਾਨੀ ਰਾਮ, ਕਿਉਂਕਿ ਉਹਨਾਂ ਦਾ ਹੰਕਾਰ ਦੂਰ ਹੋ ਗਿਆ, ਨਿਵਰਤ ਹੋ ਗਿਆ ਹੈ। ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੀ ਮਹਾਂਪੁਰਖ ਸੁੱਤੇ ਪਿਆਂ ਸੁਪਨੇ ਵਿੱਚ ਬਰੜਾਉਂਦਿਆਂ ਕਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਅਖੰਡ ਪਾਠ ਦੀ ਤਰ੍ਹਾਂ, ਪਾਠੀ ਸਿੰਘ ਜਿਸ ਤਰ੍ਹਾਂ ਉੱਚੀ ਬੋਲ ਕੇ ਪੜ੍ਹਦਾ, ਇਸ ਤਰ੍ਹਾਂ ਕਿਤਨੀ ਬਾਣੀ ਪੜ੍ਹ ਜਾਂਦੇ। ਸਿੰਘ ਪੋਥੀਆਂ ਸਾਹਿਬ ਪ੍ਰਕਾਸ਼ ਕਰਕੇ ਸੁਣਦੇ, ਕਿਸੇ ਲਗ ਮਾਤਰ ਅੱਖਰ ਕੰਨਾਂ ਦਾ ਕੋਈ ਵੀ ਫਰਕ ਨਾ ਪੈਂਦਾ। ਇੱਕ ਵਾਰ ਉੱਠਦਿਆਂ ਕਹਿਣ ਲੱਗੇ ਕਿ ਇਹ ਕੰਧਾਂ 'ਤੇ ਗੁਰਬਾਣੀ ਕਿਸ ਨੇ ਲਿਖੀ ਹੋਈ ਹੈ, ਇੱਧਰ ਆਓ। ਸਾਰੇ ਸਿੰਘ ਇਕੱਠੇ ਕਰ ਲਏ, ਕਹਿੰਦੇ ਦੱਸੋ ਕੰਧਾਂ 'ਤੇ ਬਾਣੀ ਲੈ ਕੇ ਕਿੰਨੀ ਬੇਅਦਬੀ ਕੀਤੀ ਹੈ। ਸਿੰਘ ਹੈਰਾਨ ਹੋ ਗਏ, ਕਹਿਣ ਲੱਗੇ ਮਹਾਰਾਜ ਕੰਧਾਂ 'ਤੇ ਤਾਂ ਗੁਰਬਾਣੀ ਨਹੀਂ ਲਿਖੀ ਹੋਈ, ਕੰਧਾਂ ਤਾਂ ਸਾਫ਼ ਪਈਆਂ ਨੇ। ਕਹਿੰਦੇ ਬਾਣੀ ਲਿਖੀ ਹੋਈ ਹੈ, ਤੁਸੀਂ ਦੱਸਦਾ ਕਿਉਂ ਨਹੀਂ, ਕੋਈ ਝੂਠ ਨਹੀਂ ਬੋਲਣਾ, ਇਹ ਬਾਣੀ ਦੀ ਬੇਅਦਬੀ ਹੈ। ਸਿੰਘਾਂ ਫਿਰ ਆਖਿਆ ਮਹਾਂਪੁਰਖੋ ਕੰਧਾਂ 'ਤੇ ਬਾਣੀ ਨਹੀਂ ਲਿਖੀ ਹੋਈ। ਫਿਰ ਇੱਕਦਮ ਝੁਣਝਣੀ ਜਿਹੀ ਆਈ, ਸੋਚਿਆ ਮਣਾ ਕਿਤੇ ਮੈਂ ਐਵੇਂ ਤਾਂ ਨਹੀਂ ਬੋਲ ਰਿਹਾ। ਉਹਨਾਂ ਨੂੰ ਦਰਸ਼ਨ ਹੋ ਰਹੇ ਸਨ, ਤੇ ਪਰ ਕਿਸੇ ਹੋਰ ਨੂੰ ਦਿਖ ਨਹੀਂ ਸੀ ਰਹੀ। ਤੋ ਐਸੀ ਗੁਰਮੁਖਾਂ ਦੀ ਅਵਸਥਾ ਜੋ ਬ੍ਰਹਮ ਗਿਆਨ ਦੇ ਸਹਿਤ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਹਨ। ਆਮ ਜਿਹੜਾ ਬੰਦਾ ਹੈ ਉਹ ਤਾਂ ਕਮਲਾ ਹੋਣ ਤੋਂ ਬਚੇ, ਨੀਂਦ ਤਾਂ ਲੈਣੀ ਪੈਂਦੀ ਹੈ,
ਬੰਦਾ ਸੋਵੇ ਨਾ ਤੇ ਗੋਡਿਆਂ 'ਚ ਸਿਰ ਵੱਜਦਾ ਹੈ ਪਾਠ ਕਰਦਿਆਂ। ਸੋ ਬਾਣੀ ਦੀ ਬੇਦਬੀ ਕਰਨ ਤੋਂ ਪਹਿਲਾਂ ਨੀਂਦਰ ਲੈਣੀ ਚੰਗੀ ਹੈ। ਬਾਕੀ ਇੱਕ ਅਵਸਥਾ ਦਾ ਨਾਮ ਹੈ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਸੋ ਹਮੇਸ਼ਾ ਹੀ ਜਿਹੜਾ ਜਾ ਕੇ ਭਜਨ ਕਰਨਾ, ਇਹ ਵਾਹਿਗੁਰੂ ਦੀ ਕਿਰਪਾ ਨਾਲ ਉੱਚੀ ਅਵਸਥਾ ਦੀ ਗੱਲ ਹੈ। ਗੁਰਮੁਖ ਜਾਗੈ ਨੀਂਦ ਨਾ ਸੋਵੈ। ਅਸਲ 'ਚ ਪਰਮਾਤਮਾ ਹੀ ਮੋਹ ਅਵਿਦਿਆ ਦੀ ਨੀਂਦ ਦੀ ਗੱਲ ਕੀਤੀ ਹੈ ਕਿ ਉਹ ਕਦੇ ਵੀ ਅਵਿਦਿਆ ਦੀ ਮੋਹ ਦੀ ਨੀਂਦ ਵਿੱਚ ਗੁਰਮੁਖ ਸੌਂਦੇ ਨਹੀਂ ਹਨ। ਸੁਨ ਸ਼ਬਦਾਂ ਅਪਰੰਪਰ ਤਾਰੈ, ਜੋ ਅਫਰੂਪ ਬ੍ਰਹਮ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਉਸ ਵਿੱਚ ਗੁਰਾਂ ਦੁਆਰਾ ਚਿੱਤ ਨੂੰ ਧਾਰਨਾ ਕਰੇ ਜਾਂ ਉਸ ਵਿੱਚ ਗੁਰਾਂ ਦੁਆਰਾ ਚਿੱਤ ਦੀ ਬਿਰਤੀ ਨੂੰ ਟਿਕਾਉਣਾ ਕਰੇ। ਕਹਤੇ ਮੁਕਤਾ ਸ਼ਬਦ ਨਿਸਤਾਰੈ, ਗੁਰ ਸ਼ਬਦ ਨੂੰ ਕਹਿਣ ਵਾਲੇ ਆਪ ਮੁਕਤ ਰੂਪ ਹਨ ਅਤੇ ਹੋਰਨਾਂ ਅਧਿਕਾਰੀਆਂ ਨੂੰ ਗੁਰੂ ਉਪਦੇਸ਼ ਦੇ ਕੇ ਸੰਸਾਰ ਸਮੁੰਦਰ ਤੋਂ ਤਾਰਦੇ ਹਨ। ਗੁਰ ਕੀ ਦੇਖਿਆ ਸੇ ਸਚ ਰਾਤੇ, ਜਿਨ੍ਹਾਂ ਨੇ ਗੁਰਾਂ ਦੀ ਸਿੱਖਿਆ ਹਿਰਦੇ ਵਿੱਚ ਧਾਰਨ ਕੀਤੀ ਹੈ, ਉਹ ਸੱਚ ਸਰੂਪ ਦੇ ਵਿੱਚ ਰੰਗੇ ਹੋਏ ਹਨ। ਗੁਰ ਰੰਗੇ ਸੇ ਭਏ ਨਿਹਾਲ। ਨਾਨਕ ਆਪ ਗਵਾਏ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਉਹਨਾਂ ਨੇ ਆਪਾ ਭਾਵ ਗਵਾ ਦਿੱਤਾ ਹੈ। ਮਿਲਨ ਨਹੀਂ ਭ੍ਰਾਂਤੇ, ਇਸ ਲਈ ਉਹ ਕਦੇ ਭ੍ਰਾਂਤੀ ਨਾਲ ਨਹੀਂ ਮਿਲਦੇ। ਭਾਵ ਆਪਾ ਭਾਵ ਮੇਟ ਕੇ ਵਾਹਿਗੁਰੂ ਵਿੱਚ ਮਿਲੇ ਹੋਏ ਹਨ। ਇਸੇ ਪ੍ਰਕਾਰ ਨਾਨਕ ਆਪ ਗਵਾਏ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਸੱਚ ਸਰੂਪ ਦੇ ਵਿੱਚ ਮਿਲੇ ਹੋਏ ਹਨ। ਮਿਲਨ ਨਹੀਂ ਭ੍ਰਾਂਤੇ, ਜਿਨ੍ਹਾਂ ਆਪਾ ਭਾਵ ਗਵਾ ਦਿੱਤਾ ਤੇ ਆਪਾ ਭਾਵ ਦੇ ਵਿੱਚ ਮਿਲਣ ਦੀ ਜਿਨ੍ਹਾਂ ਦੀ ਭ੍ਰਾਂਤੀ ਨਹੀਂ ਹੈ। ਇਸ ਪੌੜੀ ਦਾ ਪ੍ਰਸ਼ਨ ਉੱਤਰ ਲਾ ਕੇ ਇਉਂ ਵੀ ਦੂਸਰਾ ਅਰਥ ਕੀਤਾ ਜਾਂਦਾ ਹੈ। ਆਓ ਆਰੰਭ ਤੋਂ ਫਿਰ ਇਸੇ ਪੌੜੀ ਦੀ ਵਿਚਾਰ ਸਰਵਣ ਕਰੋ। ਸਹਿਜ ਭਾਈ ਮਿਲਿਆ ਸੁਖ ਹੋਵੈ, ਪ੍ਰਸ਼ਨ ਹੈ ਸਿੱਧਾਂ ਵੱਲੋਂ ਕਿ ਆਤਮਿਕ ਸੁਖ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਤਾਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਉੱਤਰ ਦਿੰਦੇ ਨੇ, ਸ਼ਾਂਤੀ ਸੁਭਾਅ, ਸ਼ਾਂਤੀ ਦੇ ਪ੍ਰੇਮ ਆਦਿਕ ਸ਼ੁਭ ਗੁਣਾਂ ਦੇ ਮਿਲਣੇ ਕਰਕੇ ਆਤਮਿਕ ਸੁਖ ਪ੍ਰਾਪਤ ਹੁੰਦਾ। ਜਦ ਅਸੀਂ ਗੁੱਸਾ ਕਰੀ ਜਾਂਦੇ ਹਾਂ, ਕ੍ਰੋਧ ਵਿੱਚ ਰਹਿੰਦੇ ਹਾਂ, ਸਾਡਾ ਆਪਦਾ ਹੀ ਮਨ ਤਪਦਾ ਹੈ, ਆਪਦਾ ਮਨ ਸ਼ਾਂਤ ਨਹੀਂ ਰਹਿੰਦਾ। ਮਨ ਦਾ ਸੁੱਖ, ਮਨ ਦਾ ਆਰਾਮ ਇਸੇ ਵਿੱਚ ਹੈ ਕਿ ਜਿਨ੍ਹਾਂ ਨਾਲ ਵਾਹ ਪੈਣਾ, ਜਿਨ੍ਹਾਂ ਦੇ ਨਜ਼ਦੀਕ ਰਹਿਣਾ, ਉਹਨਾਂ ਪ੍ਰਤੀ ਆਪਦੇ ਗੁੱਸੇ ਨੂੰ ਸ਼ਾਂਤ ਕੀਤਾ ਜਾਏ ਔਰ ਮਨ ਸਾਫ਼ ਰੱਖਿਆ ਜਾਏ। ਉਸ ਦੇ ਨਾਲ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਇਉਂ ਆਤਮਿਕ ਸੁੱਖ ਦੀ ਪ੍ਰਾਪਤੀ ਤਾਂ ਹੁੰਦੀ ਹੈ ਸਹਿਜ ਭਾਏ, ਜੇ ਸ਼ਾਂਤੀ ਸੁਭਾਅ ਰੱਖੇ, ਕਾਲਾ ਨਾ ਬਵੇ ਤੇ ਮਿਲੀਏ ਪ੍ਰੇਮ ਆਦਿਕ ਸ਼ੁਭ ਗੁਣਾਂ ਦੇ ਨਾਲ ਮਿਲ ਕੇ ਰਹੇ, ਸੁਖ ਹੋਵੇ ਤਾਂ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ। ਦੁਨੀਆ ਬਿਮਾਰੀਆਂ ਤੋਂ ਘੱਟ ਦੁਖੀ ਹੈ, ਪਰ ਗੁਆਂਢੀਆਂ ਦੇ ਸੁੱਖ ਤੋਂ ਜ਼ਿਆਦਾ ਅਸੀਂ ਦੁਖੀ ਹੁੰਦੇ ਹਾਂ। ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਗੁਰ ਸਮਝਾਇਆ ਹੈ ਕਿ ਜੇ ਤੁਸੀਂ ਸੁਖੀ ਰਹਿਣਾ ਚਾਹੁੰਦੇ ਹੋ ਤੇ ਇਹ ਗੁਰਮੁਖ ਪਿਆਰਿਓ, ਮੇਰੇ ਭਰਾਵੋ ਤੇ ਮੇਰੇ ਮਿੱਤਰੋ, ਇਹ ਮੇਰੀ ਗੱਲ ਇੱਕੋ ਹੀ ਪੱਲੇ ਬੰਨ੍ਹ ਕੇ ਲੈ ਜਾਓ, ਜ਼ਿੰਦਗੀ ਭਰ ਕੰਮ ਆਏਗੀ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਤੁਸੀਂ ਮੇਰੇ ਭਰਾ ਲੱਗਦੇ ਹੋ, ਮੇਰੇ ਮਿੱਤਰ ਲੱਗਦੇ ਹੋ, ਮੈਂ ਗਲਤ ਗੱਲ ਤੁਹਾਨੂੰ ਕਿਉਂ ਕਹਾਂਗਾ। ਭਲੇ ਦੀ ਬੇਨਤੀ ਕਰ ਰਿਹਾ ਕਿ ਪਰਾਏ ਦਾ ਬੁਰਾ ਕਦੀ ਵੀ ਮਾਨਸਿਕ ਤੌਰ 'ਤੇ ਵੀ ਨਾ ਸੋਚੋ। ਕਰਨਾ ਤਾਂ ਬੜੀ ਦੂਰ ਦੀ ਬਾਤ ਹੈ, ਤਾਂ ਕਦੀ ਤੁਹਾਨੂੰ ਦੁੱਖ ਨਹੀਂ ਲੱਗੇਗਾ, ਸੁੱਖ ਸ਼ਾਂਤੀ ਬਣੀ ਰਹੇਗੀ। ਗੁਰਮੁਖ ਜਾਗੈ ਨੀਂਦ ਨ ਸੋਵੈ,
ਗਿਆਨ ਅਵਸਥਾ ਵਿੱਚ ਕੌਣ ਜਾਗਦਾ? ਇਹ ਪ੍ਰਸ਼ਨ ਉੱਤਰ ਹੈ ਕਿ ਗੁਰਮੁਖ ਜਨ ਹਰ ਵਕਤ ਗਿਆਨ ਅਵਸਥਾ ਵਿੱਚ ਜਾਗਦੇ ਨੇ। ਉਹ ਕਦੇ ਵੀ ਮੋਹ ਦੀ ਪਰਮਾਤਮਾਈ ਦੀ ਅਵਿਦਿਆ ਰੂਪੀ ਨੀਂਦ ਦੇ ਵਿੱਚ ਸੌਂਦੇ ਨਹੀਂ ਹਨ। ਸੁਨ ਸ਼ਬਦ ਪਰੰਪਰ ਤਾਰੈ। ਪ੍ਰਸ਼ਨ ਹੈ ਕਿ ਅਫੁਰ ਪਰਮੇਸ਼ਰ ਨੂੰ ਹਿਰਦੇ ਵਿੱਚ ਕਿਵੇਂ ਧਾਰਨਾ ਕਰੇ? ਤਾਂ ਸਾਹਿਬ ਕਹਿੰਦੇ ਜੋ ਅਫੁਰ ਰੂਪ ਬ੍ਰਹਮ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ, ਉਸ ਨੂੰ ਗੁਰ ਉਪਦੇਸ਼ ਦੁਆਰਾ ਹਿਰਦੇ ਦੇ ਵਿੱਚ ਧਾਰਨਾ ਕਰੇ। ਕਹਤੇ ਮੁਕਤਾ ਸ਼ਬਦ ਨਿਸਤਾਰੈ। ਆਪ ਮੁਕਤ ਰੂਪ ਕੌਣ ਹੈ ਅਤੇ ਹੋਰਨਾਂ ਨੂੰ ਕੌਣ ਤਾਰਦਾ ਹੈ? ਤਾਂ ਪਾਤਸ਼ਾਹ ਉੱਤਰ ਬਖਸ਼ਦੇ ਨੇ, ਗੁਰੂ ਉਪਦੇਸ਼ ਦੁਆਰਾ ਨਾਮ ਨੂੰ ਕਹਿਣ ਵਾਲੇ ਗੁਰਮੁਖ ਜਨ ਆਪ ਮੁਕਤ ਰੂਪ ਨੇ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਅਤੇ ਹੋਰਨਾਂ ਨੂੰ ਵੀ ਗੁਰੂ ਉਪਦੇਸ਼ ਦੁਆਰਾ ਨਾਮ ਜਪਾ ਕੇ ਤਾਰਨਾ ਕਰਦੇ ਨੇ। ਆਪ ਤਰੇ ਤਾਰੀਨ ਸ੍ਰਿਠ। ਗੁਰ ਕੀ ਦੇਖਿਆ ਸੇ ਸਚ ਰਾਤੇ। ਸੱਚ ਵਿੱਚ ਕੌਣ ਰਤੇ ਹਨ? ਉੱਤਰ ਹੈ ਕਿ ਜਿਨ੍ਹਾਂ ਨੂੰ ਗੁਰਾਂ ਦੀ ਸਿੱਖਿਆ ਪ੍ਰਾਪਤ ਹੋਈ ਹੈ, ਉਹੀ ਸੱਚੇ ਨਾਮ ਦੇ ਵਿੱਚ ਰਤੇ ਹੋਏ ਹਨ। ਪਰਮੇਸ਼ਰ ਨਾਲ ਕੌਣ ਮਿਲਦਾ? ਇਹ ਸਵਾਲ ਹੈ। ਨਾਨਕ ਆਪ ਗਵਾਏ ਮਿਲਨ ਨਹੀਂ ਪ੍ਰਾਤੇ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਜਿਨ੍ਹਾਂ ਨੇ ਹਿਰਦੇ ਵਿੱਚੋਂ ਆਪਾ ਭਾਵ ਗਵਾ ਲਿਆ, ਉਹੀ ਪਰਮੇਸ਼ਰ ਨਾਲ ਮਿਲਦੇ ਨੇ। ਇਹਦੇ ਵਿੱਚ ਕੋਈ ਵੀ ਸੰਸਾ ਨਹੀਂ ਹੈ। ਕੁਬੁੱਧ ਚਵਾਵੈ। ਇੱਕ ਸਿੱਧ ਨੇ ਕੁਝ ਹੋਰ ਪ੍ਰਸ਼ਨ ਕੀਤੇ ਕਿ ਜਿੱਥੇ ਖੋਟੀ ਬੁੱਧੀ ਆਪਣੇ ਆਪ ਨੂੰ ਚਬਾ ਲਵੇ, ਦਬਾ ਲਵੇ, ਜਾਂ ਖੋਟੀ ਬੁੱਧੀ ਚਬਾਵੇ ਨਿਵਰਤ ਹੋ ਜਾਏ, ਸੋ ਕਿਤ ਠਾਏ। ਉਹ ਕਿਹੜੀ ਥਾਂ ਹੈ? ਸਾਨੂੰ ਕਿਰਪਾ ਕਰਕੇ ਦੱਸ ਦੇਵੋ। ਜੋ ਕਿਉ ਤਤ ਨ ਬੂਝੈ। ਦੂਸਰਾ ਪ੍ਰਸ਼ਨ, ਜੀਵ ਤਤ ਸਰੂਪ ਨੂੰ, ਸਿਧਾਂਤ ਨੂੰ ਕਾਹਦੇ ਲਈ ਨਹੀਂ ਬੁੱਝਦਾ ਸਮਝਦਾ? ਝੋਟਾਂ ਖਾਏ। ਤੀਸਰਾ ਸਵਾਲ, ਜੀਵ ਜਮਾਂ ਦੀਆਂ ਚੋਟਾਂ ਸੱਟਾਂ ਕਿਉਂ ਖਾਂਦਾ ਹੈ? ਜਮ ਦਰ ਬਾਧੇ। ਚੌਥਾ ਸਵਾਲ, ਯਮ ਰਾਜ ਦੇ ਦੁਆਰੇ ਤੇ ਬੰਨੇ ਹੋਏ ਜੀਵ ਦੀ ਕੋਈ ਨ ਰੱਖੈ। ਕੋਈ ਵੀ ਰੱਖਿਆ ਨਹੀਂ ਕਰਦਾ। ਇਸ ਦੀ ਰੱਖਿਆ ਕਿਵੇਂ ਹੋਵੇ? ਬਿਨ ਸ਼ਬਦ। ਪੰਜਵਾਂ ਸਵਾਲ, ਗੁਰ ਸ਼ਬਦ ਦੀ ਕਮਾਈ ਤੋਂ ਬਿਨਾ ਨਾਹੀ ਪਤ ਸਾਖੈ। ਇਸ ਲੋਕ ਦੇ ਵਿੱਚ ਇੱਜ਼ਤ ਨਹੀਂ ਰਹਿੰਦੀ ਅਤੇ ਪਰਲੋਕ ਵਿੱਚ ਵੀ ਕੋਈ ਸਾਖ ਹੈ। ਉਗਾਈ ਕਿਉਂ ਨਹੀਂ ਭਰਦਾ? ਇਸ ਦਾ ਕੀ ਕਾਰਨ ਹੈ? ਕਿਉਂ ਕਰ ਬੂਝੈ। ਛੇਵਾਂ ਸਵਾਲ, ਕਿਸ ਪ੍ਰਕਾਰ ਕਰਕੇ ਪਰਮੇਸ਼ਰ ਦੇ ਸਰੂਪ ਨੂੰ ਬੁੱਝੇ ਸਮਝੇ? ਪਾਵੈ ਪਾਰ। ਜਿਸ ਕਰਕੇ ਆਪਣੇ ਆਪ ਨੂੰ ਜੀਵ ਸੰਸਾਰ ਸਮੁੰਦਰ ਤੋਂ ਪਾਰ ਪਾ ਲਵੇ। ਨਾਨਕ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ, ਮਨ ਮੁਖ ਨਾ ਬੁਝੈ ਗਵਾਰ। ਇਹ ਸਿੱਧੂ ਤੁਸੀਂ ਸਾਰੇ ਪ੍ਰਸ਼ਨਾਂ ਦਾ ਸਮੁੱਚਾ ਉੱਤਰ ਸੁਣੋ ਕਿ ਬੇਸਮਝ ਮਨਮੁਖ ਪੁਰਖ ਸਵੈ ਸਰੂਪ ਦੇ ਤਾਈਂ ਬੁੱਝਦੇ ਨਹੀਂ, ਸਮਝਦੇ ਨਹੀਂ। ਇਸੇ ਕਰਕੇ ਲੋਕ ਪਰਲੋਕ ਦੇ ਵਿੱਚ ਇੱਜ਼ਤ ਤੇ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੁੰਦੇ। ਨਾ ਤਾਂ ਇੱਜ਼ਤ ਹੈ ਤੇ ਨਾ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਰ ਸਕਦੇ। ਜੇ ਉਹ ਬੇਸਮਝ ਗੁਰੂ ਦੀ ਸ਼ਰਨ 'ਚ ਆ ਕੇ ਤੇ ਵਾਹਿਗੁਰੂ ਨੂੰ ਸਮਝ ਲੈਣ ਤਾਂ ਉਹਨਾਂ ਦਾ ਬੇੜਾ ਪਾਰ ਹੁੰਦਾ ਹੈ।
ਕਬੋਧ ਮਿਟੈ ਗੁਰ ਸ਼ਬਦ ਵਿਚਾਰ। ਫਿਰ ਸਿੱਧ ਕਹਿਣ ਲੱਗੇ ਕਿ ਵੱਖੋ ਵੱਖਰੇ ਪ੍ਰਸ਼ਨ ਦਾ ਵੱਖਰਾ ਵੱਖਰਾ ਉੱਤਰ ਦਿਓ। ਤਾਂ ਜਿਹੜਾ ਪਹਿਲਾ ਸਵਾਲ ਉਹਨਾਂ ਨੇ ਕੀਤਾ ਸੀ ਕਿ ਹੇ ਮਹਾਰਾਜ, ਤੁਸੀਂ ਸਾਨੂੰ ਇਹ ਗੱਲ ਦੱਸੋ ਕਿ ਕੁਬੁੱਧ ਚਬਾਵੈ ਸੋ ਕਿਤ ਠਾਏ। ਜਿੱਥੇ ਖੋਟੀ ਬੁੱਧ ਆਪਣੇ ਆਪ ਨੂੰ ਦਬਾ ਲਵੇ ਜਾਂ ਨਿਵਰਤ ਹੋ ਜਾਏ, ਉਹ ਕਿਹੜੀ ਥਾਂ ਹੈ? ਤਾਂ ਮਹਾਰਾਜ ਕਹਿੰਦੇ ਕੁਬੁੱਧ ਮਿਟੈ ਗੁਰ ਸ਼ਬਦ ਵਿਚਾਰ। ਗੁਰ ਉਪਦੇਸ਼ ਦੀ ਪਹਿਲਾਂ ਵਿਚਾਰ ਕਰੇ ਕਿ ਗੁਰੂ ਸਾਹਿਬ ਕੀ ਸਾਨੂੰ ਉਪਦੇਸ਼ ਦੇ ਰਹੇ ਨੇ, ਉਹਨੂੰ ਧਾਰਨ ਕਰੇ। ਇਉਂ ਗੁਰੂ ਉਪਦੇਸ਼ ਦੀ ਵਿਚਾਰ ਤੇ ਧਾਰਨ ਕਰਨ ਕਰਕੇ ਹੀ ਕੁਬੁੱਧ ਮਿਟੈ, ਖੋਟੀ ਬੁੱਧੀ ਮਿਟਦੀ ਹੈ। ਇਹੀ ਖੋਟੀ ਬੁੱਧੀ ਨੂੰ ਨਿਵਰਤ ਕਰਨ ਵਾਲੀ ਥਾਂ ਹੈ। ਮਤਲਬ ਗੁਰੂ ਜੀ ਦੀ ਸ਼ਰਨ, ਸਤਿਗੁਰੂ ਦੀ ਸਤਸੰਗਤ, ਜਿੱਥੇ ਗੁਰੂ ਦਾ ਉਪਦੇਸ਼ ਕੰਨਾਂ ਦੇ ਵਿੱਚ ਪਏ, ਇਹ ਜਗ੍ਹਾ ਖੋਟੀ ਬੁੱਧੀ ਦੀ ਨਿਵਰਤੀ ਵਾਲੀ ਹੈ। ਦੁਰਮਤ ਮੇਟ ਬੁੱਧ ਪ੍ਰਗਾਸੀ। ਸੋ ਜਿਹੜੀ ਖੋਟੀ ਬੁੱਧੀ ਹੈ, ਜੋ ਜੋ ਕਥੈ ਸੁਨੇ ਹਰ ਕੀਰਤਨ, ਤਾਂ ਕਿ ਦੁਰਮਤ ਨਾਸ, ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੇ ਆਸ। ਜੋ ਜੋ ਵੀ ਇਹ ਗੁਰਬਾਣੀ ਦੀ ਕਥਾ ਨੂੰ, ਕੀਰਤਨ ਨੂੰ ਕਰਦਾ ਸੁਣਦਾ, ਹੌਲੀ ਹੌਲੀ ਖੋਟੀ ਬੁੱਧੀ ਨਾਸ ਹੋ ਕੇ ਖਤਮ ਹੋ ਜਾਂਦੀ ਹੈ। ਸਤਿਗੁਰ ਭੇਟੈ ਮੁਖ ਦੁਆਰ। ਸਾਧ ਸੰਗਤ ਜੀਓ, ਛੇਵਾਂ ਸਵਾਲ ਸੀ ਕਿਉਂ ਕਰ ਬੁੱਝ ਹੈ ਪਾਵੈ ਪਾਰ। ਕਿਸ ਪ੍ਰਕਾਰ ਕਰਕੇ ਪਰਮੇਸ਼ਰ ਦੇ ਸਰੂਪ ਨੂੰ ਸਮਝੇ, ਜਿਸ ਕਰਕੇ ਆਪਣੇ ਆਪ ਨੂੰ ਜੀਵ ਸੰਸਾਰ ਸਮੁੰਦਰ ਤੋਂ ਪਾਰ ਪਾ ਲਵੇ। ਤਾਂ ਛੇਵੇਂ ਸਵਾਲ ਦਾ ਉੱਤਰ ਹੈ ਸਤਿਗੁਰ ਭੇਟੈ ਮੋਖ ਦੁਆਰ। ਜਦੋਂ ਸੱਚੇ ਗੁਰਾਂ ਦੇ ਨਾਲ ਮਿਲ ਕੇ ਜੀਵ ਆਪਣੇ ਸਰੂਪ ਨੂੰ ਬੁੱਝਦਾ ਹੈ, ਤਦੋਂ ਸੰਸਾਰ ਰੂਪ ਦੁਆਰੇ ਤੋਂ ਜਾਂ ਦੁਆਰਿਆਂ ਵਾਲੇ ਸੰਸਾਰ ਤੋਂ ਮੁਕਤੀ ਹੁੰਦੀ ਹੈ, ਜਾਂ ਮੁਕਤੀ ਦੇ ਗਿਆਨ ਰੂਪ ਦਰਵਾਜ਼ੇ ਨੂੰ ਪਾਉਣ ਕਰਦਾ ਹੈ। ਤਾਤ ਨ ਚੀਨੈ ਮਨ ਮੁਖ ਜਲ ਜਾਏ। ਜੀਵ ਮਨਮੁਖਤਾ ਕਰਕੇ ਜਲ ਜਾਂਦਾ ਹੈ, ਜਾਂ ਮਨਮੁਖ ਪੁਰਖ ਈਰਖਾ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਜਾਂਦਾ ਹੈ। ਇਸੇ ਕਰਕੇ ਸਿਧਾਂਤ ਸਰੂਪ ਨੂੰ ਜਾਣਦਾ ਨਹੀਂ ਹੈ। ਦੁਰਮਤ ਵਿਛੜਾ ਚੋਟਾਂ ਖਾਏ। ਇਹ ਦੂਸਰੇ ਪ੍ਰਸ਼ਨ ਦਾ ਉੱਤਰ ਦਿੱਤਾ ਹੈ ਮਹਾਰਾਜ ਨੇ। ਪਹਿਲਾਂ ਦੂਸਰਾ ਪ੍ਰਸ਼ਨ ਸੀਗਾ ਕਿਉਂ ਤਤ ਨਾ ਬੁੱਝੈ, ਸਿਧਾਂਤ ਸਰੂਪ ਨੂੰ ਕਾਹਦੇ ਲਈ ਨਹੀਂ ਬੁੱਝਦਾ। ਤੇ ਗੁਰੂ ਮਹਾਰਾਜ ਨੇ ਦੂਸਰੇ ਸਵਾਲ ਦਾ ਉੱਤਰ ਦਿੱਤਾ ਕਿ ਤਤ ਨਾ ਚੀਨੈ। ਜੀਵ ਮਨਮੁਖਤਾ ਕਰਕੇ ਮਨਮੁਖ ਜਲ ਜਾਏ, ਮਨਮੁਖਤਾ ਕਰਕੇ ਜਲੀ ਜਾਂਦਾ ਹੈ। ਮਨਮੁਖ ਪੁਰਖ ਈਰਖਾ ਤ੍ਰਿਸ਼ਨਾ ਦੀ ਅੱਗ 'ਚ ਜਲੀ ਜਾਂਦਾ, ਸੜੀ ਜਾਂਦਾ। ਤਾਂ ਹੀ ਤਾਂ ਤਤ ਸਿਧਾਂਤ ਸਰੂਪ ਨੂੰ ਜਾਣ ਨਹੀਂ ਸਕਦਾ। ਜੇ ਮਨ ਸ਼ਾਂਤ ਹੋਏਗਾ ਤਾਂ ਹੀ ਮਨ ਟਿਕੇਗਾ, ਟਿਕਾਓ ਦੇ ਵਿੱਚ ਹੀ ਵਾਹਿਗੁਰੂ ਦੀ ਪ੍ਰਾਪਤੀ ਹੋਊਗੀ। ਤੋ ਇਸ ਲਈ ਮਨਮੁਖਤਾ ਕਰਕੇ ਇਹ ਜਲੀ ਜਾ ਰਹੀ ਹੈ, ਤਾਂ ਤਤ ਦੀ ਪ੍ਰਾਪਤੀ ਨਹੀਂ ਹੈ। ਫਿਰ ਤੀਸਰਾ ਸਵਾਲ ਸੀਗਾ ਕਿ ਚੋਟਾਂ ਖਾਏ। ਜੀਵ ਜਮਾਂ ਦੀਆਂ ਚੋਟਾਂ ਕਾਹਦੇ ਵਾਸਤੇ ਖਾਂਦਾ ਹੈ? ਤਾਂ ਮਹਾਰਾਜ ਕਹਿੰਦੇ ਦੁਰਮਤ ਵਿਛੜ ਚੋਟਾਂ ਖਾਏ। ਦੁਰਮਤ ਖੋਟੀ ਮਤ ਕਰਕੇ ਜੀਵ ਪਰਮੇਸ਼ਰ ਤੋਂ ਵਿਛੜਿਆ ਹੋਇਆ ਜਮਾਂ ਦੀਆਂ ਕਾਮ ਆਦਿਕ ਵਿਕਾਰਾਂ ਦੀਆਂ ਚੋਟਾਂ ਨੂੰ, ਸੱਟਾਂ ਨੂੰ ਖਾਂਦਾ। ਬੰਦਾ ਅਵਗਣ ਕਰ ਬੈਠਦਾ, ਪਰ ਮੁੜ ਕੇ ਕੁੱਟ ਪੈਂਦੀ ਤੋਂ ਬੜਾ ਦੁਖੀ ਹੁੰਦਾ ਹੈ। ਮਾਨੈ ਹੁਕਮ ਸਭੇ ਗੁਣ ਗਿਆਨ। ਚੌਥਾ ਸਵਾਲ ਸੀ ਕਿ ਜਮਦਰ ਬਾਧੇ ਕੋਈ ਨਾ ਰੱਖੈ। ਯਮਰਾਜ ਦੇ ਦੁਆਰੇ 'ਤੇ ਬੰਨੀ ਹੋਈ ਜੀਵ ਦੀ ਕੋਈ ਵੀ ਰੱਖਿਆ ਨਹੀਂ ਕਰਦਾ। ਇਸ ਦੀ ਰੱਖਿਆ ਕਿਵੇਂ ਹੋਵੇ? ਤਾਂ ਮਹਾਰਾਜ ਚੌਥੇ ਸਵਾਲ ਦਾ ਉੱਤਰ ਬਖਸ਼ਦੇ ਨੇ ਮਾਨੈ ਹੁਕਮ ਸਭੇ ਗੁਣ ਗਿਆਨ। ਜਦ ਜੀਵ ਗੁਰਾਂ ਦੇ ਹੁਕਮ ਨੂੰ ਜਾਂ ਪ੍ਰਭੂ ਦੇ ਹੁਕਮ ਨੂੰ ਮੰਨ ਲਵੇ, ਤਾਂ ਹੀ ਸਾਰੇ ਦੈਵੀ ਗੁਣ ਅਤੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ।
ਜਦ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਨਾਨਕ ਦਰਗਹ ਪਾਵੈ ਮਾਨ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਤਦ ਹੀ ਜੀਵ ਜਮਾਂ ਤੋਂ ਛੁੱਟ ਕੇ ਪਰਮੇਸ਼ਰ ਦੀ ਦਰਗਹਿ ਨਿਆਈ ਸਭਾ ਵਿੱਚ ਮਾਨ ਸਤਿਕਾਰ ਆਦਰ ਪਾਉਂਦਾ ਹੈ। ਇਸੇ ਪ੍ਰਕਾਰ ਨਾਨਕ ਦਰਗਹ ਪਾਵੈ ਮਾਨ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਹਿਰਦੇ ਦੇ ਅੰਦਰ ਤੁਰੀਆ ਪਦ ਰੂਪੀ ਗਹਿ ਜਗ੍ਹਾ ਹੈ ਉਹਦੇ ਵਿੱਚ ਮੰਨ ਰੂਪ ਗਿਆਨ ਤਾਂ ਪਾਉਂਦਾ ਹੈ। ਇਸ ਪ੍ਰਕਾਰ ਜਮਾਂ ਤੋਂ ਰੱਖਿਆ ਹੁੰਦੀ ਹੈ। ਸਾਚ ਵਖਰ ਤਨ ਪੱਲੇ ਹੋਏ। ਸਾਧ ਸੰਗਤ ਜੀਓ, ਜੋ ਸਿੱਧਾਂ ਦਾ ਪੰਜਵਾਂ ਸਵਾਲ ਸੀਗਾ ਕਿ ਬਿਨ ਸ਼ਬਦ ਨਾ ਹੀ ਪਤ ਰੱਖੈ। ਗੁਰ ਸ਼ਬਦ ਦੀ ਕਮਾਈ ਤੋਂ ਬਿਨਾਂ ਇਸ ਲੋਕ ਵਿੱਚ ਇੱਜ਼ਤ ਨਹੀਂ ਰਹਿੰਦੀ ਅਤੇ ਪਰਲੋਕ ਵਿੱਚ ਵੀ ਕੋਈ ਸਾਖ ਉਗਾਈ ਨਹੀਂ ਪਰਦਾ। ਇਹਦਾ ਕੀ ਕਾਰਨ ਹੈ? ਤਾਂ ਸਤਿਗੁਰੂ ਜੀ ਉੱਤਰ ਬਖਸ਼ਦੇ ਨੇ, ਨਾਨਕ ਦਰਗਹ ਪਾਵੈ ਮਾਨ। ਤਦ ਹੀ ਜੀਵ ਸੋ ਜਮਾਂ ਤੋਂ ਛੁੱਟ ਕੇ ਪਰਮੇਸ਼ਰ ਦੀ ਨਿਆਈ ਸਭਾ ਸਤਿਕਾਰ ਪਾਉਂਦਾ ਜਿਸ ਵਕਤ ਸਾਚ ਵਖਰ ਧਨ ਪੱਲੇ ਹੋਏ। ਜੋ ਸੱਚਾ ਲਾਭਦਾਇਕ ਸੌਦਾ ਨਾਮ ਰੂਪੀ ਧਨ ਜਿਸ ਦੇ ਅੰਤःਕਰਨ ਰੂਪੀ ਪੱਲੇ ਦੇ ਵਿੱਚ ਹੋ ਜਾਏ ਤਾਂ ਦਰਗਾਹ ਦੇ ਵਿੱਚ ਮਾਣ ਆਦਰ ਪਾਉਂਦਾ ਹੈ ਅਤੇ ਮਹਾਰਾਜ ਦੇ ਦਰ 'ਤੇ ਤਾਂ ਉਹ ਪ੍ਰਮਾਣ ਚੜ੍ਹਦਾ ਹੈ। ਸੋ ਇਹਦੀ ਇੱਜ਼ਤ ਲੋਕ ਅਤੇ ਪਰਲੋਕ ਦੇ ਵਿੱਚ ਤਾਂ ਹੀ ਹੁੰਦੀ ਹੈ ਜੇ ਨਾਮ ਰੂਪੀ ਧਨ ਹੋਵੇ। ਮਹਾਰਾਜ ਨੇ ਆਖਿਆ, ਕੌਣ ਵੱਡਾ ਮਾਇਆ ਵਡਿਆਈ। ਦੁਨੀਆ ਦੇ ਵਿੱਚ ਮਾਇਆ ਦੀ ਜਿਵੇਂ ਵਡਿਆਈ ਹੈ ਸੋ ਵੱਡਾ ਜਿਨ ਰਾਮ ਨੇ ਬੁਲਾਈ। ਇਸ ਤਰ੍ਹਾਂ ਗੁਰੂ ਸਾਹਿਬ ਦੀਆਂ ਨਿਗਾਹ ਦੇ ਵਿੱਚ ਜੋ ਸੱਚੇ ਨਾਮਦਾਨ ਦੇ ਨਾਲ ਵੱਡਾ ਹੋਇਆ ਅਤੇ ਉਹੀ ਨਾਮ ਦੀ ਵਡਿਆਈ ਵਾਲਾ ਵੱਡਾ ਗਿਣਿਆ ਜਾਂਦਾ। ਇਉਂ ਜਿਹਦੇ ਪੱਲੇ ਰੂਪੀ ਗੰਢ ਦੇ ਵਿੱਚ ਨਾਮ ਰੂਪੀ ਸੌਦਾ ਨਾਮ ਰੂਪੀ ਧਨ ਹੈ ਉਹ ਸਾਧ ਸੰਗਤ ਜੀ ਉਹ ਲਾਭ ਪ੍ਰਾਪਤ ਕਰਦਾ ਹੈ। ਆਪ ਤਰੈ ਤਾਰੇ ਪੀ ਸੋਏ। ਸੋ ਉਹੀ ਲੋਕ ਪਰਲੋਕ 'ਚ ਇੱਜ਼ਤ ਪ੍ਰਾਪਤ ਕਰਦਾ। ਫਿਰ ਉਹ ਆਪ ਤਾਂ ਤਰਦਾ ਹੀ ਹੈ, ਉਹ ਹੋਰਨਾਂ ਜਗਿਆਸੂਆਂ ਨੂੰ ਵੀ ਗੁਰੂ ਉਪਦੇਸ਼ ਦੇ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ। ਸਹਿਜ ਰਤਾ ਬੁਝੈ ਪਤ ਹੋਏ। ਸ਼ਾਂਤੀ ਪੂਰਵਕ ਨਾਮ ਦੇ ਵਿੱਚ ਰੰਗਿਆ ਅਤੇ ਗੁਰਾਂ ਪਾਸੋਂ ਉਪਦੇਸ਼ ਪੁੱਛਣ ਕਰਕੇ ਹੀ ਲੋਕ ਪਰਲੋਕ ਵਿੱਚ ਇੱਜ਼ਤ ਹੁੰਦੀ ਹੈ ਜਾਂ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਤਾਂ ਕੀ ਕੀਮਤ ਕਰੈ ਨ ਕੋਏ। ਉਸ ਪਰਮੇਸ਼ਰ ਦੀ ਉਪਮਾ ਰੂਪ ਦੇ ਵਿੱਚ ਕੀਮਤ ਕੋਈ ਵੀ ਨਹੀਂ ਕਰ ਸਕਦਾ, ਕੋਈ ਕੀਮਤ ਪਾ ਨਹੀਂ ਸਕਦਾ ਜਾਂ ਉਸ ਪੁਰਖ ਦੀ ਕੀਮਤ ਕੋਈ ਵੀ ਪਾਉਣਾ ਨਹੀਂ ਕਰਦਾ ਹੈ। ਜਹ ਦੇਖਾਂ ਤਹ ਰਹਿਆ ਸਮਾਏ। ਉਸ ਪੁਰਖ ਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਕਿ ਜਿੱਥੇ ਵੀ ਦੇਖਦਾ ਉੱਥੇ ਹੀ ਪਰਮੇਸ਼ਰ ਸਮਾਇਆ ਹੋਇਆ ਭਾਸਦਾ ਹੈ। ਨਾਨਕ ਪਾਰ ਪਰ ਸਚ ਪਾਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਸੱਚੇ ਦਾ ਹਿਰਦੇ ਵਿੱਚ ਪ੍ਰਕਾਸ਼ ਹੋਵੇ ਜਾਂ ਜੀਵ ਸੱਚੇ ਪਰਮੇਸ਼ਰ ਨਾਲ ਪ੍ਰੇਮ ਕਰੇ। ਪ੍ਰੇਮ ਕਰਨੇ ਕਰਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਪੈਂਦਾ ਹੈ। ਹੁਣ ਦੂਸਰਾ ਅਰਥ ਆਪ ਸਰਵਣ ਕਰੋ। ਕੋ ਬੁੱਧ ਚਵਾਵੈ ਸੋ ਕਿਤ ਠਾਏ। ਪਹਿਲਾ ਪ੍ਰਸ਼ਨ, ਜਿਸ ਕਰਕੇ ਖੋਟੀ ਬੁੱਧੀ ਨਿਵਰਤੀ ਹੋਵੇ
ਉਹ ਕਿਹੜਾ ਸਥਾਨ ਹੈ। ਕਿਉ ਤਾਤ ਨ ਬੂਝੈ ਚੋਟਾਂ ਖਾਏ। ਦੂਜਾ ਪ੍ਰਸ਼ਨ, ਤਤ ਸਰੂਪ ਨੂੰ ਕਿਵੇਂ ਬੁੱਝੇ ਜਿਸ ਕਾਰਨ ਜਮਾਂ ਦੀਆਂ ਸੱਟਾਂ ਨਾ ਖਾਏ। ਜਮ ਦਰ ਬਾਧੇ ਕੋਈ ਨ ਰੱਖੈ। ਤੀਜਾ ਪ੍ਰਸ਼ਨ, ਜਮਾਂ ਦੇ ਦੁਆਰੇ ਤੇ ਬੰਨੇ ਹੋਏ ਜੀਵ ਨੂੰ ਕੋਈ ਵੀ ਰੱਖ ਨਹੀਂ ਸਕਦਾ, ਭਾਵ ਕੋਈ ਸਹਾਇਤਾ ਨਹੀਂ ਕਰ ਸਕਦਾ, ਕਿਵੇਂ ਰੱਖਿਆ ਹੋਵੇ। ਬਿਨ ਸ਼ਬਦਾਇ ਨਾਹੀ ਪਤ ਸਾਖੈ। ਚੌਥਾ ਪ੍ਰਸ਼ਨ, ਗੁਰੂ ਉਪਦੇਸ਼ ਤੋਂ ਬਿਨਾਂ ਨਾ ਹੀ ਇਸ ਲੋਕ ਵਿੱਚ ਇੱਜ਼ਤ ਹੁੰਦੀ ਹੈ ਤੇ ਨਾ ਹੀ ਪਰਲੋਕ ਦੇ ਵਿੱਚ ਉਗਾਹੀ ਹੁੰਦੀ ਹੈ। ਇਸ ਲੋਕ ਵਿੱਚ ਇੱਜ਼ਤ ਤੇ ਪਰਲੋਕ ਦੇ ਵਿੱਚ ਉਗਾਹੀ ਕਿਵੇਂ ਹੋਵੇ। ਤੇ ਪੰਜਵਾਂ ਪ੍ਰਸ਼ਨ ਅਨਮੇ ਅਨੁਸਾਰ, ਨਾਨਕ ਮਨ ਮੁਖ ਨਾ ਬੁਝੈ ਗਵਾਰ। ਸਤਿਗੁਰੂ ਜੀ ਕਥਨ ਕਰਦੇ ਕਿ ਬੇਸਮਝ ਮਨਮੁਖ ਜੀਵ ਸਰੂਪ ਤਾਈਂ ਬੁੱਝਦਾ ਨਹੀਂ। ਤੇ ਇਹ ਕਿਉ ਕਰ ਬੂਝੈ ਪਾਵੈ ਪਾਰ। ਕਿਸ ਪ੍ਰਕਾਰ ਬੁੱਝ ਨਾ ਕਰੇ। ਛੇਵਾਂ ਪ੍ਰਸ਼ਨ ਪਾਵੈ ਪਾਰ, ਇਹ ਜੀਵ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਹੋਣਾ ਪਾਏ। ਤਾਂ ਹੁਣ ਮਹਾਰਾਜ ਇਹਨਾਂ ਛੇਆਂ ਹੀ ਪ੍ਰਸ਼ਨਾਂ ਦਾ ਉੱਤਰ ਬਖਸ਼ਦੇ ਹਨ। ਪਾਵੈ ਪਾਰ। ਹਾਂਜੀ, ਕਿਵੇਂ ਪਾਰ ਪਾਵੇ, ਛੇਵਾਂ ਪ੍ਰਸ਼ਨ ਹੈ। ਹੁਣ ਅੱਗੇ ਇਹਨਾਂ ਛੇਆਂ ਦਾ ਉੱਤਰ ਦਿੰਦੇ ਨੇ। ਕੁਬੁੱਧ ਮਿਟੈ ਗੁਰ ਸ਼ਬਦ ਵਿਚਾਰ। ਪਹਿਲਾ ਉੱਤਰ, ਗੁਰੂ ਉਪਦੇਸ਼ ਦੇ ਵਿਚਾਰਨੇ ਕਰਕੇ ਹੀ ਖੋਟੀ ਬੁੱਧੀ ਦੀ ਨਿਵਰਤੀ ਹੁੰਦੀ ਹੈ, ਭਾਵ ਗੁਰਮਤਿ ਹਿਰਦੇ ਵਿੱਚ ਆਉਂਦੀ ਹੈ। ਸਤਿਗੁਰ ਭੇਟੈ ਮੋਖ ਦੁਆਰ। ਦੂਜਾ ਉੱਤਰ, ਸਤਿਗੁਰਾਂ ਦੇ ਮਿਲਣੇ ਕਰਕੇ ਹੀ ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਹੁੰਦਾ ਤੇ ਗਿਆਨ ਦੁਆਰਾ ਹੀ ਸਿਧਾਂਤ ਸਰੂਪ ਨੂੰ ਬੁੱਝਣਾ ਕਰੀਦਾ, ਜਿਸ ਕਰਕੇ ਜਮਾਂ ਦੀਆਂ ਚੋਟਾਂ ਨਹੀਂ ਖਾਂਦਾ। ਤੀਜੇ ਪ੍ਰਸ਼ਨ ਦੇ ਉੱਤਰ ਤੋਂ ਪਹਿਲਾਂ ਦੋ ਪੰਕਤੀਆਂ ਵਿੱਚ ਪ੍ਰਸ਼ਨ ਦਾ ਅਨੁਵਾਦ ਹੈ। ਤਾਤ ਨ ਚੀਨੈ ਮਨ ਮੁਖ ਜਲ ਜਾਏ। ਸਿਧਾਂਤ ਸਰੂਪ ਨੂੰ ਨਹੀਂ ਜਾਣਦਾ, ਇਸ ਕਰਕੇ ਮਨਮੁਖ ਜੀਵ ਈਰਖਾ ਰੂਪੀ ਅੱਗ 'ਚ ਸੜ ਬਲ ਜਾਂਦਾ ਹੈ। ਦੁਰਮਤ ਵਿਛੜ ਚੋਟਾਂ ਖਾਏ। ਇਉਂ ਖੋਟੀ ਮਤ ਵਾਲਾ ਮਨਮੁਖ ਜੀਵ ਗੁਰਾਂ ਤੋਂ ਪਰਮੇਸ਼ਰ ਤੋਂ ਵਿਛੜ ਕੇ ਜਮਾਂ ਦੀਆਂ ਚੋਟਾਂ ਖਾਂਦਾ ਹੈ। ਮਾਨੈ ਹੁਕਮ ਸਭੇ ਗੁਣ ਗਿਆਨ। ਗੁਰਾਂ ਦੇ ਪਰਮੇਸ਼ਰ ਦੇ ਹੁਕਮ ਨੂੰ ਮੰਨੇ ਤਾਂ ਗਿਆਨ ਆਦਿਕ ਸਾਰੇ ਸ਼ੁਭ ਗੁਣ ਪ੍ਰਾਪਤ ਹੋ ਜਾਂਦੇ ਹਨ। ਨਾਨਕ ਦਰਗਹ ਪਾਵੈ ਮਾਨ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਤਾਂ ਹੀ ਜੀਵ ਪਰਮੇਸ਼ਰ ਦੀ ਨਿਆਈ ਸਭਾ ਵਿੱਚ ਸਤਿਕਾਰ ਪਾਉਂਦਾ। ਇਸ ਤਰ੍ਹਾਂ ਜਮਾਂ ਦੇ ਦੁਆਰੇ ਵਧੇ ਹੋਏ ਜੀਵ ਦੀ ਰੱਖਿਆ ਹੁੰਦੀ ਹੈ। ਸਾਚ ਵਖਰ ਧਨ ਪੱਲਾ ਹੋਏ। ਚੌਥਾ ਉੱਤਰ, ਸੱਚਾ ਲਾਭਦਾਇਕ ਸੌਦਾ ਨਾਮ ਰੂਪੀ ਧਾਨੀ ਹੈ, ਜਿਸ ਦੀ ਅੰਤःਕਰਨ ਨੂੰ ਪੱਲੇ ਵਿੱਚ ਇਹ ਹੁੰਦਾ ਹੈ। ਆਪ ਤਰੈ ਤਾਰੇ ਭੀ ਸੋਏ। ਉਹ ਆਪ ਤਰਦਾ ਤੇ ਹੋਰਨਾਂ ਨੂੰ ਵੀ ਤਾਰਨ ਦੀ ਸਮਰੱਥਾ ਰੱਖਦਾ, ਜਾਂ ਉਹ ਹੋਰਨਾਂ ਨੂੰ ਗੁਰੂ ਉਪਦੇਸ਼ ਦੇ ਕੇ ਤਾਰਦਾ। ਇਸ ਤਰ੍ਹਾਂ ਇਸ ਲੋਕ ਵਿੱਚ ਇੱਜ਼ਤ ਤੇ ਪਰਲੋਕ ਵਿੱਚ ਉਗਾਹੀ ਹੁੰਦੀ ਹੈ। ਸਹਿਜ ਰਤਾ ਬੂਝੈ ਪਤ ਹੋਏ। ਪੰਜਵਾਂ ਉੱਤਰ, ਗੁਰਾਂ ਪਾਸੋਂ ਸਮਝ ਕੇ ਪੁੱਛ ਕੇ ਜੋ ਸ਼ਾਂਤੀ ਆਦਿ ਗੁਣਾਂ 'ਚ ਰੰਗਿਆ ਹੋਇਆ, ਉਸ ਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਤਾਂ ਕੀ ਕੀਮਤ ਕਰੈ ਨ ਕੋਏ। ਪਰਮੇਸ਼ਰ ਦੀ ਪ੍ਰਾਪਤੀ ਹੋਣ ਕਰਕੇ ਉਸ ਪੁਰਖ ਦੀ ਅਵਸਥਾ ਰੂਪ ਕੀਮਤ ਕੋਈ ਨਹੀਂ ਕਰ ਸਕਦਾ। ਇਉਂ ਗੁਰ ਕਿਰਪਾ ਸਦਕਾ ਬੇਸਮਝ ਮਨਮੁਖ ਪੁਰਖ ਵੀ ਸਵੈ ਸਰੂਪ ਨੂੰ ਬੁੱਝ ਲੈਂਦਾ ਹੈ। ਜਹ ਦੇਖਾ ਤਹ ਰਹਿਆ ਸਮਾਏ। ਛੇਵਾਂ ਉੱਤਰ, ਜਿੱਥੇ ਵੀ ਦੇਖਦੇ ਹਾਂ ਉੱਥੇ ਹੀ ਸੱਚਾ ਪਰਮੇਸ਼ਰ ਵਿਆਪਕ ਹੋ ਰਿਹਾ ਭਾਸਦਾ ਹੈ। ਨਾਨਕ ਪਾਰ ਪਰ ਸਚ ਪਾਏ। ਸਤਿਗੁਰੂ ਜੀ ਕਥਨ ਕਰਦੇ ਕਿ ਉਹ ਸੱਚੇ ਪਰਮੇਸ਼ਰ ਨਾਲ ਪ੍ਰੇਮ ਕਰੇ
ਤਾਂ ਹੀ ਜੀਵ ਸੰਸਾਰ ਸਮੁੰਦਰ ਤੋਂ ਪਾਰ ਪੈਂਦਾ ਹੈ। ਅੱਗੇ ਫਿਰ ਸਿੱਧਾ ਨੇ ਕੁਝ ਪ੍ਰਸ਼ਨ ਕੀਤੇ ਹਨ। ਸੋ ਸ਼ਬਦ ਕਾ ਕਹਾਂ ਵਾਸ ਕਥੀਅਲੇ। ਪਹਿਲਾ ਸਵਾਲ ਕਿ ਉਸ ਬ੍ਰਹਮ ਦਾ ਕਿੱਥੇ ਨਿਵਾਸ ਕਿਹਾ ਜਾਂਦਾ ਹੈ। ਜਿਤ ਤਰੀਐ ਭਵ ਜਲ ਸੰਸਾਰੋ। ਦੂਸਰਾ ਸਵਾਲ ਜਿਸ ਸ਼ਬਦ ਕਰਕੇ ਪੈਰ ਰੂਪੀ ਜਲ ਨਾਲ ਭਰੇ ਸੰਸਾਰ ਸਮੁੰਦਰ ਤੋਂ ਤਰ ਜਾਈਦਾ, ਉਹ ਸ਼ਬਦ ਕਿਹੜਾ ਹੈ। ਤਰੈ ਸਤ ਅੰਗੁਲ ਵਾਈ ਕਹੀਐ। ਤੀਸਰਾ ਸਵਾਲ 3 ਤੇ 7 ਭਾਵ 10 ਉਂਗਲਾਂ ਵਾਜੋ ਸਵਾਸਾਂ ਰਾਹੀਂ ਨਾਸਾਂ ਤੋਂ ਬਾਹਰ ਆਉਂਦੀ ਕਹੀ ਦੀ ਹੈ। ਤਿਸ ਕਹੋ ਕਵਨ ਆਧਾਰੋ। ਕਿਰਪਾ ਕਰਕੇ ਦੱਸੋ ਕਿ ਉਸ ਵਾਯੂ ਦਾ ਆਸਰਾ ਕੌਣ ਹੈ। ਪਵਨ ਨੂੰ ਮੋੜ ਕੇ ਅੰਦਰ ਫਿਰ ਲਿਆਉਣ ਵਾਲਾ, ਅੰਦਰ ਵਾੜਨ ਵਾਲਾ ਆਸਰਾ ਕਿਹੜਾ ਹੈ। ਬੋਲੇ ਖਿਲੇ ਅਸਥਿਰ ਹੋਵੈ। ਚੌਥਾ ਸਵਾਲ ਮਨ ਵਿਅਰਥ ਬੋਲਣ ਤੇ ਦੁਨੀਆ ਦੇ ਖੇਲਣ ਵੱਲੋਂ ਕਿਵੇਂ ਅਸਥਿਤ ਹੋਵੇ ਅਤੇ ਕਿਉਂ ਕਰ ਅਲਖ ਲਖਾਏ। ਪੰਜਵਾਂ ਸਵਾਲ ਲਖਣ ਤੋਂ ਰਹਿਤ ਪਰਮੇਸ਼ਰ ਨੂੰ ਇਹ ਮਨ ਕਿਵੇਂ ਲਖਣਾ ਕਰੇ। ਸੋਣ ਸੁਆਮੀ ਸਚ ਨਾਨਕ ਪ੍ਰਣਵੈ। ਛੇਵਾਂ ਸਵਾਲ ਹੇ ਸੁਆਮੀ ਨਾਨਕ ਜੀ, ਤੁਸੀਂ ਸਾਡੀ ਸੱਚੀ ਗੱਲ ਨੂੰ ਬੇਨਤੀ ਪੂਰਵਕ ਸੁਣੋ। ਸਿੱਧਾ ਨੇ ਪ੍ਰਣਮੈ ਉਚਾਰਿਆ ਕਿ ਹੇ ਸੁਆਮੀ ਨਾਨਕ ਜੀ, ਸਾਡਾ ਸੱਚਾ ਵਚਨ ਸੁਣੋ ਕਿ ਆਪਣੇ ਮਨ ਨੂੰ ਕਿਵੇਂ ਸਮਝਾਈਏ। ਤਾਂ ਅੱਗੇ ਗੁਰਾਂ ਨੇ ਪ੍ਰਸ਼ਨਾਂ ਦਾ ਸਮੁੱਚਾ ਹੀ ਉੱਤਰ ਦਿੱਤਾ ਹੈ। ਆਪਣੇ ਮਨ ਸਮਝਾਏ। ਜਦੋਂ ਨਾ ਆਖਿਆ ਜੀ ਆਪਣੇ ਮਨ ਨੂੰ ਕਿਵੇਂ ਸਮਝਾਈਏ, ਤਾਂ ਮਹਾਰਾਜ ਸਮੁੱਚੇ ਪ੍ਰਸ਼ਨਾਂ ਦਾ ਇੰਜ ਉੱਤਰ ਦਿੰਦੇ ਨੇ। ਗੁਰਮੁਖ ਸਬਦੇ ਸੱਚ ਲਿਵ ਲਾਗੈ। ਪਹਿਲਾਂ ਤਾਂ ਭਾਈ ਗੁਰਮੁਖ ਬਣੋ। ਝਗੜਾ ਕਰਨਾ, ਵੈਰ ਵਿਰੋਧ, ਮਨਮੁਖਤਾਈਆਂ ਵਾਲੀਆਂ ਬਾਤਾਂ ਨੂੰ ਦੂਰ ਕਰ ਦਿਓ, ਗੁਰਮੁਖ ਬਣੋ। ਮੁਖੀ ਗੁਰਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰੋ। ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਸੱਚ ਲਿਵ ਲਾਗੈ, ਸੱਚੇ ਵਿੱਚ ਲਿਵ ਰਤੀ ਲੱਗ ਜਾਵੇ ਤਾਂ ਮਹਾਰਾਜ ਕਹਿੰਦੇ ਕਿੰਕਾਰ ਨਦਰੀ ਮੇਲ ਮਿਲਾਏ। ਤਾਂ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਮੇਲ ਵਿੱਚ ਮਿਲਾ ਲੈਂਦਾ, ਇਉਂ ਮਨ ਸਮਝਦਾ ਹੈ। ਆਪੇ ਦਾਨਾ ਆਪੇ ਬਿਨਾ। ਪਰਮੇਸ਼ਰ ਆਪ ਹੀ ਗਿਆਤਾ ਤੇ ਸਾਰਿਆਂ ਦੀਆਂ ਗੁਪਤ ਗੱਲਾਂ ਤੇ ਲੋਕੇ ਕੀਤੇ ਕੰਮਾਂ ਨੂੰ ਦ੍ਰਿਸ਼ਟਾ ਰੂਪ ਹੋ ਕੇ ਦੇਖਣ ਵਾਲਾ ਹੈ। ਪੂਰਾ ਭਾਗ ਸਮਾਏ। ਐਸੇ ਪਰਮੇਸ਼ਰ ਵਿੱਚ ਪੂਰਨ ਕਰਮਾਂ ਕਰਕੇ ਹੀ ਸਮਾਉਣਾ ਕਰੀਦਾ ਹੈ। ਸਤਿਗੁਰਾਂ ਨੇ ਸਾਰੇ ਪ੍ਰਸ਼ਨਾਂ ਦਾ ਸਮੁੱਚਾ ਹੀ ਉੱਤਰ ਦੇ ਦਿੱਤਾ। ਤਾਂ ਇੱਕ ਸਿੱਧ ਕਹਿਣ ਲੱਗਾ ਜੀ ਇੰਜ ਨਹੀਂ ਗੱਲ ਬਣਦੀ, ਉੱਤਰ ਵੱਖੋ ਵੱਖਰਾ ਦਿਓ। ਜਿਵੇਂ ਵੱਖੋ ਵੱਖਰੇ ਪ੍ਰਸ਼ਨ ਕੀਤੇ ਨੇ ਇਵੇਂ ਵੱਖੋ ਵੱਖਰਾ ਉੱਤਰ ਦਿਓ। ਤਾਂ ਮਹਾਰਾਜ ਅਗਲੀ ਪੌੜੀ ਵਿੱਚ ਇਕੱਲੇ ਇਕੱਲੇ ਪ੍ਰਸ਼ਨ ਦਾ ਵੱਖੋ ਵੱਖ ਉੱਤਰ ਦੇ ਰਹੇ ਹਨ। ਸੋ ਸ਼ਬਦ ਕਉ ਨਿਰੰਤਰ ਵਾਸ ਅਲਖੰ। ਪਹਿਲਾ ਸਵਾਲ ਸੀਗਾ ਕਿ ਸੋ ਸ਼ਬਦ ਕਾ ਕਾਹ ਵਾਸ ਕਥੀ ਅਰੇ। ਸ਼ਬਦ ਨਾਮ ਹੈ ਬ੍ਰਹਮ ਦਾ, ਉਹ ਬ੍ਰਹਮ ਦਾ ਵਾਸਾ ਕਿੱਥੇ ਕਿਹਾ ਜਾਂਦਾ। ਤਾਂ ਪਾਤਸ਼ਾਹ ਉੱਤਰ ਦਿੰਦੇ ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ। ਉਸ ਬ੍ਰਹਮ ਦਾ ਇੱਕ ਰਸ ਸਾਰੇ ਹੀ ਵਾਸਾ ਹੈ। ਇਹ ਤਾਂ ਸਵਾਲ ਹੀ ਨਹੀਂ ਬਣਦਾ ਕਿ ਵਾਸਾ ਕਿੱਥੇ ਹੈ। ਤੁਸੀਂ ਦੱਸੋ ਵੀ ਵਾਸਾ ਕਿੱਥੇ ਨਹੀਂ ਹੈ। ਮਹਾਰਾਜ ਤਾਂ ਹਰੇਕ ਜਗ੍ਹਾ ਤੇ ਵਸ ਰਿਹਾ। ਅੱਗੇ ਫਿਰ ਇਸੇ ਨੂੰ ਸਪਸ਼ਟ ਕਰ ਰਹੇ ਨੇ। ਜਹ ਦੇਖਾ ਤਹ ਸੋਈ। ਅਸੀਂ ਤਾਂ ਜਿੱਥੇ ਵੀ ਵੇਖਦੇ ਹਾਂ ਉੱਥੇ ਬ੍ਰਹਮ ਹੀ ਬ੍ਰਹਮ ਨਜ਼ਰ ਆਉਂਦਾ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ। ਆਤਮ ਬਸਾਰਾ ਕਰਨ ਹਰ
ਪ੍ਰਭ ਬਿਨਾ ਨਹੀਂ ਜਾਣੀਐ। ਜੈ ਜੈ ਦੇਖਾਂ ਤੈ ਜੋ ਤੁਮਾਰੀ, ਤੇਰਾ ਰੂਪ ਕਨੀਹਾ। ਇਕਤ ਰੂਪ ਰਹਿ ਪ੍ਰਸੰਨ, ਕੋਈ ਨ ਕਿਸੀ ਜਿਹਾ। ਜੈ ਜੈ ਪੇਖੋ ਤੈ ਤੈ ਹਜੂਰ, ਦੂਰ ਕਤੋ ਨ ਜਾਈ। ਰਬ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਤੋ रूह दर हर जिस्म गुरु गोबिंद सिंह, नूर दर हर चश्म गुरु गोबिंद सिंह। सब गोबिंद है, सब गोबिंद है, गोबिंद बिन नहीं कोई। सूत एक मन सत सहंस जैसे, ओत पोत प्रभ सोई। ਇਹ ਸਾਧ ਸੰਗਤ ਜੀਓ, ਗੁਰਬਾਣੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪ ਦਾ ਨਿਸ਼ਚਾ ਹੈ। ਭਗਤ ਨਾਮਦੇਵ ਜੀ ਨੂੰ 72 ਵਾਰ ਵਾਹਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਹੋਏ ਸਨ। ਇਹ ਉਹਨਾਂ ਦਾ ਨਿਸ਼ਚਾ ਹੈ। ਪਵਨ ਗਵਾਸਾ ਸੋਨਨ ਵਾਸਾ। ਇਸੇ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਹਨ, ਸੋ ਸ਼ਬਦ ਕਉ ਨਿਰੰਤਰ ਵਾਸ ਅਲਖੰ। ਸੋ ਉਸ ਅਲਖ ਸ਼ਬਦ ਬ੍ਰਹਮ ਦਾ ਇੱਕ ਰਸ ਵਾਸਾ ਹੈ। ਜਹ ਦੇਖਾਂ ਤਹ ਸੋਈ। ਜਿੱਥੇ ਵੀ ਵੇਖੀਏ ਉੱਥੇ ਉਹ ਪਰਮੇਸ਼ਰ ਵਿਆਪਕ ਹੈ। ਜਲੇ ਹਰੀ, ਥਲੇ ਹਰੀ, ਬਨੇ ਹਰੀ, ਗਿਰੇ ਹਰੀ, ਗੁਫੇ ਹਰੀ, ਨਭੇ ਹਰੀ, ਛਿਤੇ ਹਰੀ, ਅਕਾਲ ਹਰੀ, ਅਪਾਲ ਹਰੀ, ਅਦੋਖ ਹਰੀ, ਅਦਵੈਖ ਹਰੀ। ਇਹ ਆਖਰ ਦੀ ਮਹਾਰਾਜ ਨੇ 16 ਵਾਰ ਉਚਾਰਿਆ ਤਾਂ 16,000 ਵਾਰ ਸੀ ਇਹੋ ਜਿਹੀ ਸਮਾਧੀ ਲੱਗ ਗਈ। ਪਰ ਗ੍ਰੰਥ ਵਧਣ ਤੋਂ ਸੋ ਡਰ ਮੰਨਦਿਆਂ ਹੋਇਆਂ 16 ਵਾਰ ਰੱਖਿਆ। ਤੂੰ ਹੀ 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 ਤੂੰ ਹੀ। ਇਉਂ ਹੇ ਵਾਹਿਗੁਰੂ ਤੂੰ ਹੀ ਤੂੰ ਹੈ। ਮੈਂ ਜਿੱਥੇ ਵੀ ਦੇਖਦਾ ਹਾਂ ਉਹ ਪਰਮੇਸ਼ਰ ਵਿਆਪਕ ਹੈ। ਇਸ ਲਈ ਇਹ ਸਵਾਲ ਹੀ ਨਹੀਂ ਕਰਨਾ ਬਣਦਾ ਕਿ ਰੱਬ ਕਿੱਥੇ ਹੈ, ਉਹ ਤਾਂ ਹਰ ਥਾਂ ਹੈ। ਪਵਨ ਕਵਾਸਾ ਸੋਨਨ ਵਾਸਾ। ਤੁਸੀਂ ਦੱਸੋ, ਜੇ ਤੁਹਾਡੇ 'ਚ ਪਰਮੇਸ਼ਰ ਨਾ ਹੋਵੇ ਤਾਂ ਜਿਹੜੀ ਹਵਾ ਹੈ ਇਹ 10 ਉਂਗਲਾਂ ਬਾਹਰ ਜਾਂਦੀ ਹੈ। ਜਿਸ ਤਰ੍ਹਾਂ ਇਹ ਤੀਸਰਾ ਸਵਾਲ ਸੀਗਾ ਸਿੱਧਾਂ ਦਾ ਕਿ 3 7 ਅੰਗੁਲ ਵਾਈ ਕਈ ਹੈ। 3 ਤੇ 7 10 ਉਂਗਲਾਂ ਹਵਾ ਨਾਸਾਂ ਤੋਂ ਦੂਰ ਬਾਹਰ ਜਾਂਦੀ ਹੈ। ਫਿਰ ਤਿਸ ਕੋ ਕਵਣ ਉਧਾਰੋ, ਹਵਾ ਤੋਂ ਬਗੈਰ ਸਰੀਰ ਦਾ ਕੀ ਆਸਰਾ। ਰੱਬ ਹੀ ਤਾਂ ਹੈ। ਉਹਦੀ ਜੋਤ ਸਰੀਰ 'ਚ ਵੱਸਦੀ ਹੋਣ ਕਰਕੇ ਉਹ ਫਿਰ ਹਵਾ ਨੂੰ ਅੰਦਰ ਖਿੱਚ ਲੈਂਦੀ ਹੈ। ਜੇ ਮਹਾਰਾਜ ਦੀ ਜੋਤ ਨਾ ਹੋਵੇ ਤੇ ਹਵਾ ਬਾਹਰ ਦੀ ਬਾਹਰ ਰਹਿ ਜਾਏ। ਬੰਦਾ ਤਾਂ ਖਾਲੀ ਹੈ। ਮੰਨ ਲਓ 1 ਮਿੰਟ ਲਈ ਹਵਾ ਬਾਹਰ ਨਿਕਲੀ ਹੈ, 1 ਮਿੰਟ ਵਾਸਤੇ ਤਾਂ ਸਰੀਰ ਮੁਰਦਾ ਹੀ ਹੋ ਗਿਆ ਨਾ। ਜਿਉਂਦਾ ਤਾਂ ਆਕਸੀਜਨ ਨਾਲ ਹੈ, ਹਵਾ ਦੇ ਨਾਲ ਉਹ ਪੰਪਿੰਗ ਹੋ ਰਹੀ ਹੈ। ਤੋ 1 ਮਿੰਟ ਲਈ ਤਾਂ ਹਵਾ ਬੰਦ ਹੋ ਗਈ ਨਾ, ਸਰੀਰ ਤੋਂ ਵੱਖਰੀ ਹੋ ਗਈ। ਬੰਦਾ ਮਰਦਾ ਕਿਉਂ ਨਹੀਂ? ਤੋ ਇਹੀ ਤਾਂ ਭਗਵਾਨ ਦੀ ਕੁਦਰਤ ਹੈ। ਮਹਾਰਾਜ ਸਭਨਾਂ ਦੇ ਵਿੱਚ ਆਪ ਵਸ ਰਿਹਾ, ਤਾਂ ਹੀ ਤਾਂ ਸਾਰੇ ਜਿਉਂਦੇ ਜਾਗਦੇ ਨੇ। ਜਦੋਂ ਨਿਕਲ ਗਿਆ ਉਦੋਂ ਅੱਖਾਂ ਵੇਖ ਨਹੀਂ ਸਕਣਗੀਆਂ, ਮੂੰਹ ਬੋਲ ਨਹੀਂ ਸਕੇਗਾ, ਕੰਨ ਸੁਣ ਨਹੀਂ ਸਕਣਗੇ। ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ। ਗੱਲ ਤਾਂ ਜੋਤ ਦੀ ਹੈ। ਤੁਸੀਂ ਕਹਿੰਦੇ ਰੱਬ ਹੈ ਨਹੀਂ, ਅਸੀਂ ਕਹਿੰਦੇ ਹਾਂ ਵੀ ਰੱਬ ਤੁਹਾਡੇ 'ਚ ਵੀ ਹੈ। ਅਤੇ ਬਾਕੀਆਂ ਦੀ ਗੱਲ ਤਾਂ ਆਪਾਂ ਬਾਅਦ ਵਿੱਚ ਕਰਾਂਗੇ। ਜੇ ਇਨਸਾਨ 'ਚ ਭਗਵਾਨ ਨਾ ਹੋਵੇ ਤਾਂ ਅੱਖਾਂ ਵੇਖ ਨਹੀਂ ਸਕਦੀਆਂ, ਮੂੰਹ ਬੋਲ ਨਹੀਂ ਸਕਦਾ। ਕਿਉਂਕਿ ਮੁਰਦੇ ਦਾ ਸਰੀਰ ਵੀ ਉਸੇ ਤਰ੍ਹਾਂ ਦਾ ਹੀ ਹੁੰਦਾ, ਅੰਗ ਪ੍ਰਤੰਗ ਉਸੇ ਤਰ੍ਹਾਂ ਵਧੀਆ ਹੁੰਦੇ ਨੇ। ਡਾਕਟਰ ਉਹ ਪੋਸਟਮਾਰਟਮ ਕਰਕੇ ਅਤੇ ਬੰਦੇ 'ਚੋਂ ਕੱਢ ਕੇ ਜਿਉਂਦੇ ਬੰਦੇ 'ਚ ਪਾ ਦਿੰਦੇ ਨੇ। ਉਸ ਤਰ੍ਹਾਂ ਉਹ ਫਿਰ ਕੰਮ ਕਰਨ ਲੱਗ ਪੈਂਦੇ। ਪਾਰਟਸ ਦੇ ਵਿੱਚ ਤਾਂ ਕੋਈ ਨੁਕਸ ਨਹੀਂ ਪਿਆ। ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਅੱਖਾਂ ਨੇਤਰ ਦਾਨ ਕਰੋ ਅਤੇ ਇਸੇ ਤਰ੍ਹਾਂ ਆਪਦੀ ਬੋਡੀ ਦਾ ਦਾਨ ਕਰੋ। ਬੜਾ ਕੁਛ ਸੰਸਾਰ 'ਚ ਚੱਲਦਾ ਹੈ। ਅਤੇ ਇਸ ਵਾਸਤੇ ਉਹ ਵਾਹਿਗੁਰੂ ਦੀ ਜੋਤ ਹੀ ਸਾਰੇ ਕੰਮ ਕਰ ਰਹੀ ਹੈ। ਜਦ ਜੋਤ ਨਿਕਲ ਜਾਂਦੀ ਹੈ ਅਤੇ ਉਹ ਪਾਰਟਸ ਆਪਣੇ ਆਪ ਹੀ ਡੈੱਡ ਹੋ ਜਾਂਦੇ ਨੇ। ਬੋਡੀ ਮਿੰਟਾਂ ਸਕਿੰਟਾਂ ਦੇ ਵਿੱਚ
ਸਭ ਕੁਛ ਹੀ ਡੱਡ ਹੋ ਜਾਂਦਾ। ਤੋ ਗੱਲ ਤਾਂ ਵਾਹਿਗੁਰੂ ਦੀ ਹੈ। ਇਸ ਵਾਸਤੇ ਸਿੱਧਾ ਨੇ ਸਵਾਲ ਕੀਤਾ ਸੀ ਕਿ ਹਵਾ ਦਾ ਕੀ ਆਸਰਾ ਹੈ, ਤਾਂ ਮਹਾਰਾਜ ਇਹਦਾ ਸਪਸ਼ਟ ਲਫ਼ਜ਼ਾਂ ਉੱਤਰ ਦਿੰਦੇ ਨੇ, ਪਵਨ ਕਾ ਵਾਸਾ ਸੁਨ ਨਿਵਾਸਾ। ਇਹ ਸਿੱਧੋ ਤੁਸੀਂ ਪੁੱਛਦੇ ਹੋ ਕਿ ਹਵਾ ਦਾ ਨਿਵਾਸ ਕਿੱਥੇ ਹੈ, ਸੋ ਅਸੀਂ ਦੱਸਦੇ ਹਾਂ ਕਿ ਅਫੁਰ ਰੂਪ ਬ੍ਰਹਮ ਦੇ ਵਿੱਚ ਹਵਾ ਵੱਸਦੀ ਹੈ। ਜੇ ਬ੍ਰਹਮ ਨਾ ਆਸਰਾ ਹੋਵੇ ਤਾਂ ਹਵਾ ਰਹਿ ਨਹੀਂ ਸਕਦੀ। ਉਹਦੀ ਕੀ ਮਜਾਲ ਹੈ ਕਿ ਅੰਦਰ ਜਾ ਕੇ ਉਹ ਪੰਪਿੰਗ ਕਰ ਸਕੇ, ਸਰੀਰ ਨੂੰ ਜਿਉਂਦਾ ਰੱਖ ਸਕੇ। ਜਾਂ ਸੁੰਨ ਭਾਵ 10ਵੇਂ ਦੁਆਰ ਦੇ ਵਿੱਚ ਵੀ ਉਹ ਸਵਾਸ ਹਵਾ ਜਾਂਦੀ ਹੈ, ਜਾਂ ਉੱਥੇ ਜਾ ਕੇ ਟਿਕਾਊ ਕਰਦੀ ਹੈ ਜਿਹੜੇ ਸਮਾਧੀ ਲਾ ਕੇ ਬੈਠਦੇ ਨੇ। ਜਾਂ ਸਾਡੀ ਨਾਭੀ ਧੁੰਨੀ ਦੇ ਵਿੱਚ ਇੱਕ ਹਵਾ ਦੀ ਗੰਢ ਬੰਨੀ ਹੋਈ ਹੈ, ਜਿੰਨਾ ਚਿਰ ਉਹ ਗੰਢ ਖੁੱਲ੍ਹਦੀ ਨਹੀਂ ਉਹਨਾਂ ਚਿਰ ਕਨੈਕਸ਼ਨ ਬਣਿਆ ਰਹਿੰਦਾ ਸਵਾਸਾਂ ਦਾ। ਬਾਹਰ ਜਾ ਕੇ ਫਿਰ ਅੰਦਰ ਆ ਜਾਂਦੇ, ਫਿਰ ਬਾਹਰ ਫਿਰ ਅੰਦਰ। ਜਦੋਂ ਗੰਢ ਖੁੱਲ੍ਹ ਗਈ ਅਤੇ ਗੰਢ ਖੁੱਲ੍ਹਣ ਤੋਂ ਉੱਥੋਂ ਜਿਹੜਾ ਕੰਟਰੋਲ ਸੀਗਾ ਉਹ ਕੰਟਰੋਲ ਰੂਮ 'ਚੋਂ ਛੁੱਟ ਗਿਆ, ਨਾਭੀ 'ਚੋਂ ਧੁੰਨੀ 'ਚੋਂ। ਜਦ ਹਵਾ ਦਾ ਕੰਟਰੋਲ ਨਾਭੀ 'ਚੋਂ ਛੁੱਟ ਗਿਆ ਅਤੇ ਹਵਾ ਉੱਥੋਂ ਬਾਹਰ ਆ ਗਈ, ਮੁੜ ਕੇ ਉਹ ਅੰਦਰ ਨਹੀਂ ਜਾ ਸਕਦੀ। ਤਾਂ ਉਹ ਨਾਭੀ 'ਚ ਵਾਸਾ ਹੈ, ਜਾਂ ਅਫੁਰ ਬ੍ਰਹਮ 'ਚ ਵਾਸਾ ਕਹਿ ਲਓ, ਜਾਂ ਧੁੰਨੀ 'ਚ ਵਾਸਾ ਕਹਿ ਲਓ, ਜਾਂ 10ਵੇਂ ਦੁਆਰ ਵਿੱਚ ਵਾਸਾ ਕਹਿ ਲਓ। ਤੋ ਇਸ ਤਰ੍ਹਾਂ ਇਹ ਹਵਾ ਦਾ ਆਸਰਾ ਹੈ। ਅਕਲ ਕਲਾ ਤਰ ਸੋਈ। ਪਰਮੇਸ਼ਰ ਆਪ ਕਲਪਨਾ ਤੋਂ ਰਹਿਤ ਹੈ ਜਾਂ ਕਲੇਸ਼ਾਂ ਤੋਂ ਰਹਿਤ ਹੈ, ਅਤੇ ਸਾਰੇ 10ਵੇਂ ਦੁਆਰ ਆਦਿਕ ਵਿੱਚ ਸਾਰੇ ਸਰੀਰਾਂ ਵਿੱਚ ਉਸੇ ਨੇ ਆਪਣੀ ਚੇਤਨ ਸੱਤਾ ਰੂਪ ਸ਼ਕਤੀ ਧਾਰਨ ਕੀਤੀ ਹੋਈ। ਸਾਰਿਆਂ ਦਾ ਆਸਰਾ ਰੂਪ ਵਾਹਿਗੁਰੂ ਹੈ। ਨਾਦਰ ਕਰੇ ਸ਼ਬਦ ਘਟ ਮਹ ਵਸੈ। ਚੌਥਾ ਸਵਾਲ ਸੀ ਬੋਲੇ ਖੇਲੇ। ਮਨ ਵਿਅਰਥ ਬੋਲਣ ਤੇ ਦੁਨੀਆ ਦੇ ਖੇਲਣ ਵੱਲੋਂ ਅਸਥਿਰ ਹੋਵੇ, ਕਿਵੇਂ ਅਸਥਿਤ ਹੋਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਉੱਤਰ ਦਿੰਦੇ ਨੇ, ਨਦਰ ਕਰੇ ਸ਼ਬਦ ਘਟ ਮੈਂ ਵਸੈ। ਪਰਮੇਸ਼ਰ ਦਇਆ ਦ੍ਰਿਸ਼ਟੀ ਕਰੇ ਤਾਂ ਹੀ ਗੁਰੂ ਉਪਦੇਸ਼ ਹਿਰਦੇ ਵਿੱਚ ਆ ਕੇ ਵਸਦਾ ਹੈ। ਵਿੱਚੋਂ ਹੋ ਭਰਮ ਗਵਾਏ। ਫਿਰ ਹਿਰਦੇ ਵਿੱਚੋਂ ਭਰਮ ਗਵਾ ਦਿੰਦਾ ਹੈ ਜੀਵ, ਜਾਂ ਜੀਵ ਈਸ਼ ਦਾ ਭੇਦ ਗਿਆਨ ਦਾ ਭਰਮ ਗਵਾ ਦਿੰਦਾ। ਇਸ ਪ੍ਰਕਾਰ ਮਨ ਬੋਲਣ ਤੇ ਖੇਲਣ ਵੱਲੋਂ ਅਸਥਿਤ ਹੁੰਦਾ ਹੈ। ਤਨ ਮਨ ਨਿਰਮਲ ਨਿਰਮਲ ਬਾਣੀ। ਪੰਜਵਾਂ ਸਵਾਲ ਸੀ ਕਿਉਂ ਕਰ ਅਲਖ ਲਖਾਏ, ਕਿ ਲਖਣ ਤੋਂ ਰਹਿਤ ਪਰਮੇਸ਼ਰ ਨੂੰ ਇਹ ਮਨ ਕਿਵੇਂ ਲਖਣਾ ਕਰੇ, ਕਿਵੇਂ ਜਾਣਨਾ ਕਰੇ। ਤਾਂ ਸਹਿਬ ਉੱਤਰ ਬਖਸ਼ਦੇ, ਤਨ ਮਨ ਨਿਰਮਲ ਨਿਰਮਲ ਬਾਣੀ। ਜਦੋਂ ਮਨ ਹਿਰਦੇ ਵਿੱਚ ਪਰਮਾਤਮਾ ਦਾ, ਮਹਾਰਾਜ ਕਹਿੰਦੇ ਨੇ, ਨਾਮ ਮਨ ਵਸਾਏ। ਜਦ ਮਨ ਵਿੱਚ ਹਿਰਦੇ 'ਚ ਪਰਮਾਤਮਾ ਦਾ ਨਾਮ ਵਸ ਜਾਂਦਾ, ਤਦੋਂ ਤਨ ਮਨ ਨਿਰਮਲ, ਤਨ ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਜਾਂਦਾ। ਕਿਸੇ ਵੱਲ ਵੇਖਣ ਨੂੰ, ਕਿਸੇ ਨਾਲ ਬੋਲਣ ਨੂੰ ਰੂਹ ਨਹੀਂ ਕਰਦਾ। ਅਤੇ ਜਿਹੜਾ ਮਨ ਹੈ ਉਹ ਵਾਸ਼ਨਾ ਤੋਂ ਰਹਿਤ ਹੋਣ ਕਰਕੇ ਨਿਰਮਲ ਹੋ ਜਾਂਦਾ। ਕੋਈ ਮਨ 'ਚ ਆਸ ਨਹੀਂ ਰਹਿੰਦੀ ਅਤੇ ਇਉਂ ਪਰਮਾਤਮਾ ਜਾਂ ਭੇਦ ਹੋ ਜਾਂਦਾ। ਫਿਰ ਨਿਰਮਲ ਬਾਣੀ, ਉਹਦੀ ਬੋਲ ਬਾਣੀ ਵੀ ਉਜਲ ਹੋ ਜਾਂਦੀ ਹੈ, ਭਾਵ ਪ੍ਰੇਮ ਦੇ ਸਤਿਕਾਰ ਵਾਲੀ ਬਣ ਜਾਂਦੀ ਹੈ। ਫਿਰ ਸ਼ੁੱਧ ਮਨ ਅਲਖ ਸਰੂਪ ਨੂੰ ਲਖ ਲੈਂਦਾ, ਜਾਣ ਲੈਂਦਾ ਹੈ। ਸਾਮਦ ਗੁਰੂ ਭਵ ਸਾਗਰ ਤਰੀਆ। ਸਿੱਧਾਂ ਦਾ ਦੂਸਰਾ ਸਵਾਲ ਸੀ ਕਿ ਜਿਤ ਤਰੀਆ ਭਵ ਜਲ ਸੰਸਾਰੋ। ਜਿਸ ਸ਼ਬਦ ਕਰਕੇ ਭੈ ਰੂਪੀ ਜਨ ਨਾਲ ਭਲੇ ਸੰਸਾਰ ਸਮੁੰਦਰ ਤੋਂ ਤਰ ਜਾਈਦਾ, ਉਹ ਸ਼ਬਦ ਕਿਹੜਾ ਹੈ। ਤਾਂ ਗੁਰੂ ਸਾਹਿਬ ਫਰਮਾਉਂਦੇ ਨੇ, ਕਹਿੰਦੇ ਨੇ ਕਿ ਸ਼ਬਦ ਗੁਰੂ, ਗੁਰੂ ਦਾ ਜਿਹੜਾ ਉਪਦੇਸ਼ ਹੈ, ਦਿੱਤਾ ਹੋਇਆ ਵਾਹਿਗੁਰੂ ਸ਼ਬਦ ਹੈ। ਕਈ ਕਹਿੰਦੇ ਬਾਬਾ ਜੀ ਸ਼ਬਦ ਦਿਓ, ਕਿਹੜਾ ਸ਼ਬਦ ਦਿਓ, ਵਧੀਆ ਜਿਹਾ ਸ਼ਬਦ ਦਿਓ। ਜੇ ਸਾਨੂੰ ਕੋਈ ਪੁੱਛੇ ਵੀ ਭਲਿਓ ਮਾਨਸੋ ਕੋਈ ਮਾੜਾ ਸ਼ਬਦ ਵੀ ਹੁੰਦਾ? ਸ਼ਬਦ ਤਾਂ ਸ਼ਬਦ ਹੈ, ਇਟ ਮੀਨਸ ਉਹ ਚੰਗਾ ਹੈ। ਜੇ ਸ਼ਬਦ ਹੈ ਤਾਂ ਉਹ ਚੰਗਾ ਹੀ ਹੈ।
ਕੋਈ ਭਲਾ ਜਾਂ ਬੁਰਾ ਥੋੜ੍ਹਾ ਸ਼ਬਦ ਹੁੰਦਾ ਹੈ, ਕੋਈ ਚੰਗਾ ਜਾਂ ਵਧੀਆ ਜਾਂ ਮਾੜਾ ਥੋੜ੍ਹਾ ਹੁੰਦਾ, ਸਾਰੇ ਵਧੀਆ ਹੀ ਨੇ। ਗੱਲ ਤਾਂ ਤੁਹਾਡੇ ਚਿੱਤ ਦੇ ਟਿਕਾਓ ਦੀ ਹੈ, ਅਤੇ ਟਿਕਦਾ ਉਸ ਸ਼ਬਦ ਵਿੱਚ ਹੈ ਜਿਹਦਾ ਬਾਰ-ਬਾਰ ਅਭਿਆਸ ਕੀਤਾ ਹੋਵੇ। ਹੁਣ ਇੱਕ ਵਾਰ ਪੜ੍ਹਨ ਨਾਲ ਥੋੜ੍ਹੋਂ ਟਿਕ ਜਾਏਗਾ, ਪਹਿਲੀ ਵਾਰ ਤਾਂ ਸਮਝ ਹੀ ਨਹੀਂ ਆਉਂਦੀ, ਸਿਰ ਦੇ ਉੱਪਰੋਂ ਦੀ ਸਭ ਕੁਝ ਲੰਘੀ ਜਾਂਦਾ। ਹੁਣ ਜਪਜੀ ਸਾਹਿਬ ਹੀ ਹੈ, ਸਾਰੀ ਉਮਰ ਲੱਗੇ ਰਹੋ, ਜੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾ ਹੋਵੇ ਸਮਝ ਨਹੀਂ ਆਉਂਦੀ। ਜਿੰਨਾ ਕੁ ਮਹਾਰਾਜ ਸਮਝਾਉਂਦਾ ਓਨੀ ਕੁ ਆ ਜਾਂਦੀ ਹੈ। ਤੋ ਇਸ ਵਾਸਤੇ ਗੱਲ ਤਾਂ ਅਭਿਆਸ ਦੀ ਹੈ। ਕਿਸੇ ਵੀ ਸ਼ਬਦ ਦਾ ਤੁਸੀਂ ਅਭਿਆਸ ਕਰੋਗੇ ਉਹ ਸਿੱਧ ਹੋ ਜਾਊਗਾ, ਅਤੇ ਬਾਰ-ਬਾਰ ਕਹਿਣ ਦੇ ਨਾਲ ਮਨ ਟਿਕ ਜਾਊਗਾ, ਅਤੇ ਉਹੀ ਵਧੀਆ ਬਣ ਜਾਊਗਾ। ਜਿਹੜਾ ਨਹੀਂ ਪੜ੍ਹਿਆ ਉਹ ਸਾਡੇ ਲਈ ਸਮਝ ਲਓ ਵੀ ਵਧੀਆ ਨਹੀਂ ਹੈ, ਜਿਹਨੇ ਜਿਹਦਾ ਅਭਿਆਸ ਕੀਤਾ ਉਹਦੇ ਲਈ ਉਹੀ ਵਧੀਆ। ਤੋ ਸਾਰੇ ਹੀ ਵਧੀਆ ਨੇ। ਆ ਜਿਹੜਾ ਹੁਕਮਨਾਮਾ ਹੁੰਦਾ ਇਹੀ ਤਾਂ ਬਾਬੇ ਨੇ ਸ਼ਬਦ ਦਿੱਤਾ ਹੋਇਆ। ਤੋ ਬਾਬੇ ਵੀ ਨਿਕੰਮੇ ਨੇ, ਉਹ ਪਾਣੀ ਘੋਲ ਪਿਆਈ ਜਾਂਦੇ ਨੇ ਪਤਾ ਨਹੀਂ ਕੀ ਵਿੱਚ, ਅਤੇ ਜਾਂ ਪੇੜੇ ਕਰ ਦੇਈ ਜਾਂਦੇ ਵੀ ਜਾ ਬੀਬੀ ਤੇਰੇ ਬੇੜੇ ਪਾਰ ਨੇ। ਨਾ ਤਾਂ ਗੁਟਕਾ ਸਾਹਿਬ ਦੇਣਾ, ਗੁਰੂ ਘਰ ਵੱਲੋਂ ਸ੍ਰੀ ਗੁਟਕੇ ਸਾਹਿਬ ਇਸੇ ਲਈ ਮਹਾਂਪੁਰਖਾਂ ਫ੍ਰੀ ਕੀਤੇ ਹੋਏ ਹਨ ਵੀ ਜਿਹੜਾ ਮਰਜ਼ੀ ਅਕਸਰ ਬਾਣੀ ਪੜੂਗਾ ਕੋਈ ਉਹਦਾ ਭਲਾ ਹੋਊਗਾ। ਵੀ ਲਓ ਭਾਈ ਸ੍ਰੀ ਗੁਟਕਾ ਸਾਹਿਬ ਲਓ, ਇਸੇ ਸਾਰੇ ਸ਼ਬਦ ਹੀ ਲਿਖੇ ਹੋਏ ਨੇ। ਜਪਜੀ ਸਾਹਿਬ ਤੋਂ ਲੈ ਕੇ ਆਨੰਦ ਸਾਹਿਬ ਤੱਕ 5 ਬਾਣੀਆਂ ਸ਼ਬਦ ਨੇ। ਰਹਿ ਰਾਸ ਸ਼ਬਦ ਹੈ, ਕੀਰਤਨ ਸੋਹਿਲਾ ਸ਼ਬਦ ਹੈ। ਇਹਨੂੰ ਡੇਲੀ ਪਹਿਲਾਂ ਨਿਤਨੇਮ ਕਰੋ। ਫਿਰ ਜੋ ਹੁਕਮਨਾਮਾ ਸਾਹਿਬ ਹੈ ਸ਼ਬਦ ਹੀ ਤਾਂ ਹੈ, ਲਿਖ ਕੇ ਦੇਣ ਦੀ ਮਰਜ਼ਾਦਾ ਹੀ ਨਹੀਂ। ਆਪਾਂ ਭਲਾ ਕੀ ਲਿਖ ਕੇ ਦੇਣਾ, ਲਿਖਿਆ ਤਾਂ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ 'ਚ ਹੋਇਆ। ਅਗਲੇ ਨੂੰ ਕਹੋ ਵੀ ਤੂੰ ਪੜ੍ਹ ਭਾਈ, ਰੁਮਾਲਾ ਲਾ ਤੇ ਇਹਨੂੰ ਪੜ੍ਹ। ਅੱਜ ਕੱਲ੍ਹ ਤਾਂ ਮੋਬਾਇਲਾਂ 'ਚ ਹੀ ਸਭ ਕੁਛ ਹੈ। ਤੋ ਲਿਖਣ ਦੀ ਤਾਂ ਲੋੜ ਹੀ ਨਹੀਂ ਹੈ, ਕਿਸੇ ਨੂੰ ਦੇਣਾ ਜਾਂ ਲੈਣਾ ਜਾਂ ਉਹਦੀ ਫੀਸ ਲੈਣੀ, ਬਿਲਕੁਲ ਗਲਤ ਬਾਤ ਹੈ। ਸ਼ਬਦ ਹੈ ਗੁਰੂ ਦਾ, ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ। ਅਤੇ ਜਿਹੜਾ ਹੁਕਮਨਾਮਾ ਆਉਂਦਾ ਉਹ ਚੰਗਾ ਹੀ ਸ਼ਬਦ ਹੁੰਦਾ ਹੈ, ਭਾਵੇਂ ਕੋਈ ਵੀ ਹੁਕਮਨਾਮਾ ਆ ਜਾਏ। ਤੋ ਇਸ ਲਈ ਜਿਹੜਾ ਗੁਰੂ ਦਾ ਵਾਹਿਗੁਰੂ ਸ਼ਬਦ ਹੈ, ਮੂਲ ਮੰਤਰ ਸ਼ਬਦ ਹੈ, ਭਵ ਸਾਗਰ ਤਰੀਆ, ਇਹਦੇ ਅਭਿਆਸ ਦੁਆਰਾ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਭਾਵੇਂ ਇੱਕ ਓਂਕਾਰ ਹੀ ਆਖੀ ਜਾਓ, ਭਾਵੇਂ ਗੁਰਪ੍ਰਸਾਦ ਤੱਕ ਪੜ੍ਹੀ ਜਾਓ, ਭਾਵੇਂ ਨਾਨਕ ਹੋਸੀ ਵੀ ਸੱਚ ਤੱਕ ਆਖੀ ਜਾਓ, ਭਾਵੇਂ ਇਕੱਲਾ ਵਾਹਿਗੁਰੂ ਵਾਹਿਗੁਰੂ ਕਹੀ ਜਾਓ, ਅਤੇ ਭਾਵੇਂ ਪੂਰਾ ਜਪਜੀ ਸਾਹਿਬ ਪੜ੍ਹ ਲਓ, ਅਤੇ ਭਾਵੇਂ ਸੁਖਮਨੀ ਸਾਹਿਬ ਦੇ ਪਾਠ। ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ 8-8, 10-10 ਪਾਠ ਸੁਖਮਨੀ ਸਾਹਿਬ ਦੇ ਸੁਣ ਲਿਆ ਕਰਦੇ ਸਨ। ਸਿੰਘਾਂ ਦਾ ਵੀ ਅਭਿਆਸ ਹੁੰਦਾ। ਇੱਕ ਵਾਰ ਮੈਨੂੰ ਕਹਿਣ ਲੱਗੇ ਵੀ 5 ਪਾਠ ਜਪਜੀ ਸਾਹਿਬ ਦੇ ਕਰਨੇ ਚਾਹੀਦੇ ਨੇ ਹਰ ਰੋਜ਼। ਮੈਂ ਕਿਹਾ ਜੀ ਕਿਉਂ? ਕਹਿੰਦੇ ਸੰਗਤ ਸਾਡੀ ਸੇਵਾ ਕਰਦੀ ਹੈ ਅਤੇ ਉਹ ਸੰਗਤ ਨੂੰ ਫਲ ਜਾਂਦਾ ਹੈ, ਇਸ ਲਈ ਨਿਤਨੇਮ ਦੇ ਵਿੱਚ ਉਹ ਨਾ ਜਾਏ ਅਤੇ 5 ਪਾਠ ਕਰਨੇ ਚਾਹੀਦੇ ਨੇ। ਮੈਂ ਕਿਹਾ ਜੀ 7 ਵਜਨ, ਫਿਰ ਤੁਸੀਂ ਸੁਣ ਲਿਆ ਕਰੋ। ਕਹਿੰਦੇ ਚੰਗਾ, ਰਾਤ ਦੀ ਰੋਟੀ ਤੋਂ ਬਾਅਦ ਨਾਲੇ ਸੈਰ ਅਤੇ ਨਾਲੇ ਪਾਠ। ਨਾਭਾ ਸਾਹਿਬ ਦੀ ਗੱਲ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਆ। ਕਮਾਇਆ ਨਹੀਂ ਜਾਂਦਾ, ਜੇ ਬੰਦਾ ਕਮਾ ਲਏ ਅਤੇ ਬੁੱਧੀ ਨਿਰਮਲ ਰਹਿੰਦੀ ਹੈ, ਮਨ 'ਤੇ ਭਾਰ ਨਹੀਂ ਪੈਂਦਾ। ਸੋ ਇਸ ਵਾਸਤੇ ਚਿੱਤ ਜਿਹੜਾ ਇਕਾਗਰ ਰਹਿੰਦਾ ਹੈ। ਸੰਸਾਰ ਸਮੁੰਦਰ ਤੋਂ ਤਰੀਦਾ ਤਾਂ ਹੈ ਜੇ ਸੰਤਾਂ ਦੇ ਬਚਨਾਂ ਨੂੰ ਕਮਾਇਆ ਜਾਏ ਅਤੇ ਗੁਰੂ ਦੀ ਬਾਣੀ ਦਾ ਆਸਰਾ ਲਿਆ ਜਾਏ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਸ਼ਬਦ ਗੁਰੂ ਦੇ ਰਾਹੀਂ ਸੰਸਾਰ ਸਮੁੰਦਰ ਤੋਂ ਬਾਣੀ ਦੇ ਅਭਿਆਸ ਦੁਆਰਾ ਤਰੋ ਭਾਈ। ਏਤਾ ਓਤਾ ਏਕੋ ਜਾਣੈ। ਛੇਵਾਂ ਸਿੱਧਾਂ ਦਾ ਸਵਾਲ ਸੀਗਾ ਕਿ ਹੇ ਮਹਾਰਾਜ ਆਪ ਕਿਰਪਾ ਕਰਕੇ ਦੱਸੋ, ਸੁਣ ਸੁਆਮੀ ਸੱਚ ਨਾਨਕ ਪਰਨ ਮੈਂ ਆਪਣੇ ਮਨ ਸਮਝਾਏ। ਸਿੱਧਾ ਨੇ ਉਚਾਰਿਆ ਕਿ ਹੇ ਸੁਆਮੀ ਨਾਨਕ ਜੀ, ਸਾਡੀ ਸੱਚੀ ਗੱਲ ਨੂੰ ਬੇਨਤੀ ਪੂਰਵਕ ਸੁਣੋ, ਸਾਡਾ ਸੱਚਾ ਬਚਨ ਸੁਣੋ ਕਿ ਆਪਦੇ ਮਨ ਨੂੰ ਕਿਵੇਂ ਸਮਝਾਏ। ਅਤੇ ਗੁਰੂ ਮਹਾਰਾਜ ਉੱਤਰ ਬਖਸ਼ਦੇ ਹਨ, ਕਹਿੰਦੇ ਇਤ ਉਤ ਏਕੋ ਜਾਣੈ। ਗੁਰੂ ਦੇ ਸ਼ਬਦ ਦਾ ਜਦ ਅਭਿਆਸ ਕਰੀਦਾ ਇਹਦੇ ਦੁਆਰਾ ਇਤ ਉਤ ਲੋਕ ਪਰਲੋਕ ਦੇ ਵਿੱਚ ਇੱਕੋ ਬ੍ਰਹਮ ਨੂੰ ਵਿਆਪਕ ਜਾਣੇ। ਇਉਂ ਆਪਦੇ ਮਨ ਨੂੰ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਗਿਆਨ ਦੁਆਰਾ ਸਮਝਾਉਣਾ ਕਰੀਦਾ।
ਆ ਜਿਹੜਾ ਕਿਤਾਬੀ ਗਿਆਨ ਹੈ ਪੜ੍ਹਨਾ ਜ਼ਰੂਰ ਪੈਂਦਾ ਹੈ। ਕਿਤਾਬੀ ਗਿਆਨ ਤੋਂ ਬਗੈਰ ਬੋਲਣਾ ਨਹੀਂ ਆਉਂਦਾ। ਅੰਤਰੀਵ ਗਿਆਨ ਦੀ ਵਰਤੋਂ ਤਾਂ ਹੀ ਹੋ ਸਕਦੀ ਹੈ ਜੇ ਕਿਤਾਬਾਂ ਪੜ੍ਹੀਆਂ ਹੋਣਗੀਆਂ। ਜੇ ਵਿੱਦਿਆ ਪੜ੍ਹਾਈ ਨਹੀਂ ਪੜ੍ਹਾਂਗੇ ਤਾਂ ਫਿਰ ਬੋਲਿਆ ਨਹੀਂ ਜਾਊਗਾ, ਸਮਝ ਸਾਰੀ ਆ ਜਾਊਗੀ। ਗਿਆਨ ਸਭਨਾਂ ਨੂੰ ਹੈ, ਸਾਰਿਆਂ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਦੁਆਰਾ ਗਿਆਨ ਦੀ ਪ੍ਰਾਪਤੀ ਹੈ, ਸਭ ਜਾਣਕਾਰੀ ਹੈ, ਪਰ ਉਹਦੀ ਪਰਫੋਰਮੈਂਸ ਦਾ ਤਰੀਕਾ ਉਸਤਾਦ ਦੇ ਪਾਸੋਂ ਗੁਰੂ ਦੇ ਚਰਨਾਂ 'ਚ ਬੈਠ ਕੇ ਸਿੱਖੀਦਾ ਹੈ। ਵਿੱਦਿਆ ਦੀ ਜਿਹੜੀ ਵਰਤੋਂ ਹੈ ਉਹ ਕਿਸੇ ਉਸਤਾਦ ਦੇ ਪਾਸੋਂ ਪ੍ਰਾਪਤ ਹੁੰਦੀ ਹੈ। ਕਿਤਾਬੀ ਗਿਆਨ ਪੜ੍ਹਨਾ ਲਾਜ਼ਮੀ ਤਾਂ ਹੈ, ਅਤੇ ਪਰ ਸਾਧ ਸੰਗਤ ਜਿੰਨਾ ਚਿਰ ਆਤਮਿਕ ਗਿਆਨ ਅੰਦਰੋਂ ਮਨ ਸਮਝੇ ਨਾ ਉਹਨਾਂ ਚਿਰ ਫਾਇਦਾ ਵੀ ਕੋਈ ਨਹੀਂ, ਬੋਲਣ ਦਾ ਵੀ ਕੋਈ ਫਾਇਦਾ ਨਹੀਂ ਹੈ। ਅਤੇ ਇਸ ਵਾਸਤੇ ਬੋਲਣ ਦੀ ਜਾਚ ਪੜ੍ਹਨ ਦੇ ਨਾਲ ਆਉਂਦੀ ਹੈ, ਅਤੇ ਪੜ੍ਹਾਈ ਦੀ ਸਫਲਤਾ ਅਭਿਆਸ ਦੇ ਨਾਲ ਹੈ। ਬ੍ਰਹਮ ਗਿਆਨੀ ਸੰਤਾਂ ਮਹਾਂਪੁਰਖਾਂ ਨੇ ਭਾਵੇਂ ਬੋਲਣਾ ਘੱਟ ਕੀਤਾ ਪਰ ਉਹਨਾਂ ਕਮਾਈ ਜ਼ਿਆਦਾ ਕੀਤੀ ਹੈ। ਅਸੀਂ ਬਾਣੀ ਨੂੰ ਪੜ੍ਹਦੇ ਹਾਂ ਅਤੇ ਬਾਣੀ ਦਾ ਪ੍ਰਚਾਰ ਕਰਦੇ ਹਾਂ, ਪਰ ਬ੍ਰਹਮ ਗਿਆਨੀਆਂ ਸੰਤਾਂ ਨੇ ਗੁਰਬਾਣੀ ਨੂੰ ਕਮਾਇਆ ਹੈ। ਤੋ ਇਸ ਲਈ ਮਨ ਸਮਝਾਵਣ ਕਾਰਨ ਕਛੁਕ ਪੜ੍ਹੀ ਹੈ ਗਿਆਨ, ਗਿਆਨ ਦੀ ਪੜ੍ਹਾਈ ਦੀ ਜ਼ਰੂਰਤ ਤਾਂ ਹੈ, ਅਤੇ ਪਰ ਮਨ ਸਮਝਦਾ ਤਾਂ ਹੈ ਜੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਕਮਾਵੇ ਅਤੇ ਮਾਨਸਿਕ ਤੌਰ 'ਤੇ ਇਕਾਗਰਤਾ ਕਰੇ ਤਾਂ ਗਿਆਨ ਦੀ ਸਮਝ ਆਉਂਦੀ ਹੈ। ਚਿਹਨ ਵਰਨ ਨਹੀਂ ਛਾਇਆ ਮਾਇਆ। ਜਿਸ ਪਰਮੇਸ਼ਰ ਦਾ ਇਹ ਸਿਧਾਂਤ ਰੂਪ ਪੰਕਤੀ ਹੈ, ਕੰਠੀ ਰੁਦਰਮਾਲਾ ਆਦਿ ਕੋਈ ਵੀ ਚਿੰਨ੍ਹ ਨਹੀਂ ਹੈ, ਅਤੇ ਨਾ ਹੀ ਕਾਲਾ ਪੀਲਾ ਆਦਿਕ ਉਸ ਦਾ ਰੰਗ ਹੈ। ਜਿਵੇਂ ਭਾਈ ਨੰਦ ਲਾਲ ਜੀ ਦੀ ਜਿਹੜੀ ਕੁੱਲ ਸੀਗੀ ਉਹ ਵਿਰਾਗੀਆਂ ਨੂੰ ਗੁਰੂ ਧਾਰਦੀ। ਇਹਦੇ ਪਿਓ ਨੇ ਜਦ 12 ਸਾਲ ਦਾ ਹੋਇਆ ਅਤੇ ਵਿਰਾਗੀ ਦੇ ਕੋਲ ਲੈ ਕੇ ਗਿਆ, ਕਹਿੰਦਾ ਵੀ ਚੱਲ ਮਾਲਾ ਲੈ। ਵਿਰਾਗੀ ਮਾਲਾ ਦੇਣ ਲੱਗਾ ਅਤੇ ਨੰਦ ਲਾਲ ਨੇ ਨਾ ਕਰ ਦਿੱਤੀ, ਕਹਿਣ ਲੱਗਾ ਮੈਨੂੰ ਇਹ ਮਾਲਾ ਨਹੀਂ ਚਾਹੀਦੀ, ਮੈਨੂੰ ਤਾਂ ਸੱਚੀ ਨਾਮ ਦੀ ਮਾਲਾ ਚਾਹੀਦੀ ਹੈ ਜਿਹੜੀ ਪਰਲੋਕ ਵਿੱਚ ਵੀ ਕੰਮ ਆਏ। ਇਹ ਮਾਲਾ ਲੈਣ ਤੋਂ, ਗੁਰੂ ਧਾਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਾਰੀ ਉਮਰ ਗੁਰੂ ਦੀ ਤਲਾਸ਼ 'ਚ ਰਿਹਾ। ਗੁਰੂ ਗੋਬਿੰਦ ਸਿੰਘ ਦੀ ਮਹਿਮਾ ਸੁਣੀ, ਮਨ 'ਚ ਉਤਸ਼ਾਹ ਹੋਇਆ। ਫਿਰ ਬਹਾਦਰ ਸ਼ਾਹ ਨੇ ਜਿਸ ਵਕਤ ਇਹਨੂੰ ਦੱਸਿਆ ਕਿ ਮੇਰਾ ਪਿਤਾ ਤੈਨੂੰ ਮੁਸਲਮਾਨ ਬਣਾਉਣਾ ਚਾਹੁੰਦਾ, ਤਾਂ ਫਿਰ ਭੱਜ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਅਨੰਦਪੁਰ ਸਾਹਿਬ ਆਇਆ ਅਤੇ ਗੁਰੂ ਸਾਹਿਬ ਦਾ ਅੰਮ੍ਰਿਤ ਛਕਿਆ। ਬਾਜਾਂ ਵਾਲੇ ਪ੍ਰੀਤਮ ਪਾਸੋਂ ਇੱਕ ਦਿਨ ਪ੍ਰੇਮ ਸੁਹਾ ਹੀ ਪੀਤੀ, ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਅਤੇ ਅੱਗੇ ਸਮਝ ਚਲੋ ਆਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ। ਗੁਰੂ ਸਾਹਿਬ ਦੇ ਚਿੰਨ੍ਹ 5 ਕਕਾਰ ਧਾਰੇ। ਗੁਰਦੁਆਰੇ ਦੇ ਚਿੰਨ੍ਹ ਨੇ 5 ਕਕਾਰ, ਕਿਰਪਾਨ ਅਤੇ ਕੰਘਾ ਕੜਾ ਆਦਿਕ। ਜਿਹੜੇ ਵਿਰਾਗੀ ਸਾਧੂ ਮਾਲਾ ਦਿੰਦੇ ਹੁੰਦੇ ਇਹਨੂੰ ਕਹਿੰਦੇ ਨੇ ਚਿੰਨ੍ਹ। ਪਰਮੇਸ਼ਰ ਦਾ ਕੋਈ ਮਾਲਾ, ਰੁਦਰਮਾਲਾ, ਰੁਦਰਾਖ ਦੀ ਮਾਲਾ ਇਤਿਆਦਿ ਕੋਈ ਚਿੰਨ੍ਹ ਚੱਕਰ ਨਹੀਂ ਹੈ, ਅਤੇ ਨਾ ਹੀ ਕਾਲਾ ਪੀਲਾ ਦਾ ਕੋਈ ਰੰਗ ਹੈ, ਜਾਂ ਬ੍ਰਾਹਮਣ ਖੱਤਰੀ ਸ਼ੂਦ ਵੈਸ ਆਦਿ ਕੋਈ ਵਰਨ ਨਹੀਂ ਹੈ, ਅਤੇ ਨਾ ਹੀ ਛਾਇਆ। ਅਵਿਦਿਆ ਅਤੇ ਮਾਇਆ ਭਾਵ ਜਿਹੜਾ ਮਾਇਆ ਵਿੱਚ ਪ੍ਰਤੀਬਿੰਬ ਬਣਾ ਦਿੰਦਾ ਉਹ ਪ੍ਰਤੀਬਿੰਬਪੁਣਾ ਨਹੀਂ ਈਸ਼ਰ ਦੇ ਵਿੱਚ। ਜਿਹੜਾ ਅਵਿਦਿਆ 'ਚ ਪ੍ਰਤੀਬਿੰਬਪੁਣਾ ਹੈ ਅਤੇ ਉਹ ਜੀਵਪੁਣਾ ਨਹੀਂ ਹੈ। ਇਹ ਉਸ ਪਰਮੇਸ਼ਰ ਦੇ ਵਿੱਚ ਜੀਵ ਈਸ਼ ਦਾ ਭੇਦ ਗਿਆਨ ਨਹੀਂ ਹੈ। ਨਾਨਕ ਸ਼ਬਦ ਪਛਾਣੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਥਨ ਕਰਦੇ ਨੇ ਕਿ ਉਸ ਸ਼ਬਦ ਕਹੀਏ ਬ੍ਰਹਮ ਨੂੰ ਗੁਰੂ ਉਪਦੇਸ਼ ਦੁਆਰਾ ਪਹਿਚਾਨ ਲਈਦਾ ਹੈ। ਉਸ ਤਰ੍ਹਾਂ ਪਹਿਚਾਣ ਦਾ ਕੋਈ ਵੀ ਸਾਧਨ ਨਹੀਂ ਹੈ। ਜੇ ਮਹਾਰਾਜ ਨੂੰ ਪਹਿਚਾਨਣਾ ਹੈ ਅਤੇ ਸ੍ਰੀ ਜਪਜੀ ਸਾਹਿਬ ਨੂੰ ਪਹਿਚਾਣੋ, ਯਾਨੀ ਕਿ ਇਸ ਨੂੰ ਸਮਝੋ। ਤੋ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਸ੍ਰੀ ਜਪਜੀ ਸਾਹਿਬ ਨੂੰ ਪੜ੍ਹਨਾ, ਸੁਣਨਾ ਅਤੇ ਵਿਚਾਰਨਾ ਹੈ। ਗੁਰੂ ਜੀ ਦੇ ਦਰਸ਼ਨ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਗੁਰੂ ਦੇ ਰਾਹੀਂ ਹੋ ਸਕਦੇ ਹਨ। ਇਉਂ ਸ਼ਬਦ ਦੇ ਦੁਆਰਾ ਹੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰੀਏ। ਅਤੇ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਤਾਂ ਹੀ ਭਾਈ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਨਾਨਕ ਸ਼ਬਦ ਪਛਾਣੈ
ਗੁਰੂ ਨਾਨਕ ਸਾਹਿਬ ਦੀ ਕਿਰਪਾ ਦੁਆਰਾ ਸ਼ਬਦ ਦੀ ਪਹਿਚਾਣ ਕਰੇ। ਇੱਥੇ ਸਾਧ ਸੰਗਤ ਜੀਓ ਸਮਾਪਤੀ ਕਰਦੇ ਆ। ਭੁੱਲਾਂ ਚੁੱਕਾ ਖਿਮਾ ਕਰਨੀ ਆ, ਅੱਗੇ ਤੋਂ ਸਮਤ ਬਖਸ਼ਣੀ। ਇਤਿ ਉਤਿ ਕੋ ਜਾਣੈ ਚਿਹਨ ਵਰਨ ਨਹਿ ਛਾਇਆ ਮਾਇਆ ਨਾਨਕ ਸ਼ਬਦ ਪਛਾਣੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨ